हाँ जी दोस्तों, जिमें कि तुसीं जाणदे ही हो असीं तुहाडे वास्ते नवीं जानकारी लैके हाज़र हुंदे आ। तो अज भी एक विशेष प्रोग्राम दे नाल तुहाडे सामने असीं एक नवीं जानकारी पेश करन जा रहे हैं। जिमें कि असीं जाणदे हां कि जीवन दे विच साडे सेहत दा बहुत बड़ा महत्व है। ते हुण जदों तो दुनिया दे विच एक करोना की समस्या आई है, कोविड-19 की समस्या आई है पूरे संसार दे विच, उस तो बाद लोग बड़े जागरूक होए ने, सेहत प्रति काफ़ी गल्लां दा जिहड़ा ज्ञान है वो हासिल करना चाहुंदे ने। तो इत्थे अज असीं कमल जी दे नाल बैठे हुए हैं, जिहड़े कि हरियाणे दे जिला फतेहाबाद दे ननेड़ी दे रहण वाले ने। ते इत्थे मूनक दे विच इन्हां दी कमल लैबोरेटरी जिहड़ी वो चलाई हुई है, नाम भी इन्हां दा कमल है। तो बहुत अच्छी इत्थे इन्हां दी सर्विस है, बहुत अच्छी सेवा है, बहुत सालों तो बड़ा चंगा। इन्हां दे रेट भी जिहड़े हैगे ने बड़े घट ने, चंगे टैसट ने, ते कुछ सुझाव भी इन्हां दे जिहड़े नाल हुंदे ने डॉक्टरां बारे भी कि किहड़े डॉक्टर कोल जाना चाहिदा है, की करना चाहिदा, वो अच्छे लोकां नूं बहुत उस तो लाभ हो रहा है। तो अज आपां जीवन दे विच जिवें कि सेहत दे नाल जुड़े हुए जिहड़े आम टैसट ने उन्हां बारे कमल जी नाल गल करदे हां। सो कमल जी, सब तो पहलां तां इह दस्सो कि ਇਹ ਜਿਹੜੇ ਟੈਸਟ ਨੇ ਇਹਨਾਂ ਦਾ ਸਾਡੇ ਨਿਰੋਗਤਾ ਦੇ ਨਾਲ, ਸਿਹਤ ਦੇ ਨਾਲ ਕੀ ਸਾਡਾ ਸੰਬੰਧ ਹੈ? ਆਪਣਾ ਮਤਲਬ ਇਹਨਾਂ ਦਾ ਕਿੰਨੀ ਕੁ ਇੰਪੋਰਟੈਂਸ ਹੈ ਸਾਡੇ ਜੀਵਨ ਦੇ ਵਿੱਚ? ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਨਾ ਹੈ, ਤੇ ਉਸ ਤੋਂ ਬਾਅਦ ਆਪਣੇ ਜੀਵਨ ਅੰਦਰ ਆਪਾਂ ਕਈ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਹਾਂ, ਖਾਂਦੇ ਪੀਂਦੇ ਹਾਂ, ਤੇ ਉਸ ਦਾ ਪ੍ਰਭਾਵ ਆ ਜਿਹੜਾ ਵੀ ਖਾਣ ਪਾਨ ਹੈ, ਰਹਿਣ ਸਹਿਣ ਹੈ, ਸਾਡੀ ਜ਼ਿੰਦਗੀ 'ਤੇ ਪੈਂਦਾ ਹੈ। ਤੇ ਆਪਣੇ ਸਰੀਰ ਅੰਦਰ ਕੁਝ ਇਸ ਤਰ੍ਹਾਂ ਦੇ ਰੋਗ ਆਉਣੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ। ਪਤਾ ਉਸ ਵੇਲੇ ਲੱਗਦਾ ਹੈ ਜਦੋਂ ਕਿ ਇਹ ਕਾਫੀ ਵੱਧ ਜਾਂਦੇ ਨੇ। ਤੋ ਇਸ ਤੋਂ ਮੈਂ ਤਾਂ ਆਹ ਸਲਾਹ ਦੇਣਾ ਚਾਹੁੰਦਾ ਹੈ ਇੱਕ ਲੈਬ ਟੈਕਨੀਸ਼ੀਅਨ ਦੇ ਤੌਰ 'ਤੇ ਕਿ ਆਪਾਂ ਨੂੰ 1 ਸਾਲ ਵਿੱਚ ਇੱਕ ਵਾਰੀ ਆਪਣੇ ਸਰੀਰ ਦਾ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ, ਯਾਨੀ ਬੋਡੀ ਪ੍ਰੋਫਾਈਲ ਕਹਿੰਦੇ ਨੇ ਇਸ ਨੂੰ। ਵੀ ਜਦੋਂ ਆਪਾਂ 40+ ਹੋ ਜਾਂਦੇ ਹਾਂ ਤਾਂ ਇਹ ਜ਼ਰੂਰੀ ਬਣਦਾ ਹੈ ਕਿ ਆਪਾਂ ਨੂੰ ਇੱਕ ਵਾਰੀ ਚੈੱਕਅਪ ਕਰਵਾ ਲਓ। ਕਿਸੇ ਡਾਕਟਰ ਫਿਜ਼ੀਸ਼ੀਅਨ ਹੈ ਜਾਂ ਕੋਈ MD ਜਾਂ DM ਡਾਕਟਰ ਹੈ, ਉਹਨਾਂ ਕੋਲ ਜਾ ਕੇ ਆਪਾਂ ਸਲਾਹ ਲੈ ਕੇ ਜੋ ਵੀ ਰਿਕਮੈਂਡਡ ਕਰਦੇ ਨੇ ਉਹ ਟੈਸਟ ਕਿਸੇ ਚੰਗੀ ਲੈਬ ਤੋਂ ਕਰਵਾ ਲੈਣੇ ਚਾਹੀਦੇ ਆਪਾਂ ਨੂੰ। ਤੇ ਬੋਡੀ ਪ੍ਰੋਫਾਈਲ ਦਾ ਮਤਲਬ ਹੁੰਦਾ ਕਿ ਬੋਡੀ ਵਿੱਚ ਜਿਹੜੇ ਖਾਸ ਟੈਸਟ ਹੁੰਦੇ ਨੇ ਉਹ ਕਰਵਾਏ, ਜਿਵੇਂ ਲੀਵਰ ਸੰਬੰਧੀ, ਕਿਡਨੀ ਵਾਲੇ, ਹਾਰਟ ਦੇ, ਜਾਂ ਆਪਣੇ ਹੈਮਾਟੋਲੋਜੀ ਦੇ ਟੈਸਟ ਹੈ ਜਿਹਨੂੰ ਕਿ CBC ਕਹਿੰਦੇ, ਕੰਪਲੀਟ ਬਲੱਡ ਟੈਸਟ। ਉਸ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਅੰਦਰ ਖੂਨ ਕਿੰਨਾ ਹੈ, ਜਾਂ ਆਪਣੇ ਜਿਹੜੇ ਪਲੇਟਲੈਟ ਸੈਲਜ਼ ਨੇ ਉਹ ਕਿਵੇਂ ਆ, RBC ਕਿਵੇਂ ਆ, ਜਾਂ ਦੂਸਰੇ ਨੇ WBC ਉਹ ਕਿਸ ਗਿਣਤੀ ਦੇ ਅੰਦਰ ਨੇ, ਕਿ ਇਹ ਵੀ ਆਪਣੇ ਸਰੀਰ 'ਤੇ ਪੂਰਾ ਇਫੈਕਟ ਕਰਦੇ ਨੇ। ਅਤੇ ਇਸ ਕਰਕੇ ਮੈਂ ਕਹਿੰਦਾ ਵੀ ਇੱਕ ਵਾਰੀ ਆਪਾਂ ਨੂੰ ਸਾਲ 40+ ਲੋਕਾਂ ਨੂੰ ਤਾਂ ਜ਼ਰੂਰ ਸਾਲ 'ਚ ਇੱਕ ਵਾਰੀ ਟੈਸਟ ਕਰਵਾਉਣਾ। ਕਮਲ ਜੀ, ਤੁਹਾਡੀ ਗੱਲ ਠੀਕ ਹੈ ਕਿ 40+ ਮਤਲਬ ਕਿ 40 ਸਾਲ ਤੋਂ ਉੱਤੇ, 41 ਸਾਲ ਤੋਂ ਬਾਅਦ ਜਿਹੜਾ ਹੈ ਆਪਣਾ ਮਤਲਬ ਵੀ 40 ਸਾਲ ਤੋਂ ਬਾਅਦ ਜਿਹੜਾ ਹੈ ਟੈਸਟਾਂ ਦੀ ਆਪਣੀ ਜ਼ਰੂਰਤ ਪੈਂਦੀ ਹੈ। ਤੋ ਜਿਵੇਂ ਕਿ ਦੱਸਿਆ ਕਿ ਅਲੱਗ-ਅਲੱਗ ਇਹਨਾਂ ਦੀ ਕੈਟਾਗਰੀ ਹੁੰਦੀ ਹੈ ਆਪਣਾ ਵੀ ਇਹ ਟੈਸਟ ਨੇ, ਇਹਨਾਂ ਦਾ ਸੰਬੰਧ ਇਹਦੇ ਨਾਲ ਹੈ। ਤੇ ਨਾਲ ਇੱਕ ਜਿਹੜੀ ਗੱਲ ਦੱਸੀ ਹੈ ਕਿ ਆਪਾਂ ਨੂੰ ਤਰ੍ਹਾਂ ਦੇ ਰੋਗ ਲੱਗਦੇ ਨੇ। ਸੋ ਕਮਲ ਜੀ, ਰੋਗਾਂ ਦਾ ਜਿਹੜਾ ਕਾਰਨ ਹੈ ਲੈਬੋਰਟਰੀ ਦੇ ਮੁਤਾਬਕ ਵੀ ਜਿਹੜੇ ਰੋਗਾਂ ਦੀ ਪਹਿਚਾਣ ਹੁੰਦੀ ਹੈ, ਆਪਾਂ ਇੱਥੇ ਬਲੱਡ ਟੈਸਟ ਕਰਦੇ ਹਾਂ ਜਾਂ ਹੋਰ ਕਈ ਪ੍ਰਕਾਰ ਦੇ ਟੈਸਟ ਹੁੰਦੇ ਨੇ, ਰੋਗਾਂ ਦੇ ਵਿੱਚ ਰੋਗਾਂ ਦਾ ਕਾਰਨ ਕਿਸ ਚੀਜ਼ ਨੂੰ ਮੰਨਿਆ ਜਾਂਦਾ? ਰੋਗ ਦਾ ਕਾਰਨ ਐਵੇਂ ਹੈ ਕਿ ਜਿਵੇਂ ਕਿ ਇੱਕ ਬੰਦੇ ਨੂੰ, ਕਿਸੇ ਨੂੰ ਤਾਂ ਸਾਹ ਚੜ੍ਹਦਾ ਹੈ, ਹਾਂਜੀ, ਅਗਰ ਕੋਈ ਫੇਫੜਿਆਂ ਸੰਬੰਧੀ ਕਿਸੇ ਨੂੰ ਬਿਮਾਰੀ ਹੋਵੇ ਕਿ ਜੇ ਅਸਥਮਾ ਹੈ ਜਾਂ ਦਮਾ ਕਹਿੰਦੇ ਨੇ, ਦਮਾ ਹੈ, ਉਹਨੂੰ ਫੇਫੜਿਆਂ ਸੰਬੰਧੀ ਕਹਿੰਦੇ ਨੇ, ਤੇ ਉਸ ਦੇ ਟੈਸਟ ਹੁੰਦੇ ਨੇ। ਜਾਂ ਕਿਸੇ ਨੂੰ BP ਹਾਈ ਰਹਿਣਾ, ਜਿਵੇਂ ਉਸ ਦਾ ਟੈਸਟ ਕਰਦੇ ਨੇ ਆਮ ਡਾਕਟਰ, ਲਿਪਿਡ ਪ੍ਰੋਫਾਈਲ ਕਰਵਾ ਲੈਂਦੇ ਨੇ, ਕਿ ਜਿਹਨੂੰ ਆਮ ਜਨਤਾ, ਆਮ ਲੋਕ ਕਹਿੰਦੇ ਨੇ ਖੂਨ ਗਾੜੇ ਦਾ ਟੈਸਟ ਹੈ। ਉਸ ਵਿੱਚ ਉਹ ਬਸਾ ਦੇਖੀ ਜਾਂਦੀ ਨੇ ਬਲੱਡ ਦੇ ਅੰਦਰ। ਨਹੀਂ, ਮੇਰਾ ਮਤਲਬ ਇਹ ਹੈ ਆਪਣਾ ਮਤਲਬ ਵੀ ਰੋਗਾਂ ਦਾ ਜਿਹੜਾ ਮੁੱਖ ਕਾਰਨ ਹੈ ਆਪਣਾ ਵੀ ਜਿਵੇਂ ਕਿ ਆਪ ਦੱਸ ਰਹੇ ਸੀ ਨਾ, ਮਤਲਬ ਫਿਲਹਾਲ ਜਿਹੜਾ ਮੇਰਾ ਸਵਾਲ ਹੈ ਉਹ ਜੀਵਾਣੂ, ਕੀਟਾਣੂ, ਬੈਕਟੀਰੀਆ, ਉਹ ਕਾਰਨਾਂ ਬਾਰੇ ਜਾਣਨ ਬਾਰੇ ਆਪਣਾ ਵੀ ਉਹ ਕੀ ਨੇ ਆਪਣਾ ਵੀ ਜਿਹੜੇ ਕਿ ਮੇਨ ਕਾਰਨ ਨੇ। ਮੇਨ ਕਾਰਨ ਜਿਵੇਂ ਕਿ ਆਪਾਂ ਮੰਨਦੇ ਹਾਂ ਵੀ ਇਹ ਬੰਦੇ ਨੂੰ ਬੁਖਾਰ ਨਿਕਲ ਗਿਆ ਜੀ, ਇਹ ਮਲੇਰੀਆ ਬੁਖਾਰ ਹੈ,
ਉਹ ਮਲੇਰੀਆ ਦਾ ਕੋਈ ਕੀਟਾਣੂ ਹੈ ਜਾਂ ਆਪਣਾ ਮਤਲਬ ਮਲੇਰੀਆ ਦਾ ਪੈਰਾਸਾਈਟ ਹੈ ਜੋ ਹਾਂ ਉਸ ਨੂੰ ਆਪਾਂ ਜੀਵਾਣੂ ਕਹਾਂਗੇ ਜਾਂ ਬੈਕਟੀਰੀਆ ਕਹਾਂਗੇ, ਅਲੱਗ-ਅਲੱਗ, ਜਿਵੇਂ ਕਿਸੇ ਨੂੰ TB ਦੀ ਬਿਮਾਰੀ ਹੈ। ਪਰਜੀਵੀ ਚ ਆ ਜਾਂਦਾ ਹੈ। ਅੱਛਾ। ਹਾਂਜੀ, ਪਰਜੀਵੀ ਹੁੰਦੇ ਨੇ ਜਿਹੜੇ ਕਿ ਦੂਜੇ ਤੋਂ ਸਰੀਰ ਤੇ ਡਿਪੈਂਡ ਰਹਿੰਦੇ ਨੇ, ਉਹਨਾਂ ਨੂੰ ਪਰਜੀਵੀ ਪੈਰਾਸਾਈਟਸ ਜਾਂਦੇ ਨੇ। ਅੱਛਾ। ਡੇਂਗੂ ਹੋ ਗਿਆ, ਆਪਣਾ ਇਹ ਮਲੇਰੀਆ ਹੋ ਗਿਆ, ਇਹ ਆਪਣੇ ਰਹਿਣ ਸਹਿਣ ਤੇ ਜ਼ਿਆਦਾ ਡਿਪੈਂਡ ਕਰਦਾ, ਖਾਣ ਪਾਨ, ਰਹਿਣ ਸਹਿਣ। ਇਹੋ ਜਿਹੀ ਆਪਣਾ ਮਤਲਬ ਕੀ ਚੀਜ਼ ਹੈ ਜਿਹਨੂੰ ਕਿ ਆਪਾਂ ਰੋਗਾਂ ਦਾ ਮੂਲ ਕਾਰਨ ਮੰਨਦੇ ਹਾਂ? ਜਿਹੜੇ ਆਪਣੇ ਸਰੀਰ ਅੰਦਰ ਰੋਗ ਹੁੰਦੇ ਆ ਜੀ, ਜਾਂ ਤਾਂ ਪੈਰਾਸਾਈਟ ਜਾਂ ਫਿਰ ਬੈਕਟੀਰੀਆ ਜਾਂ ਵਾਇਰਸ ਕਰਕੇ। ਪੈਰਾਸਾਈਟ ਨੂੰ ਕਹਿੰਦੇ ਨੇ ਪਰਜੀਵੀ, ਔਰ ਬੈਕਟੀਰੀਆ ਨੂੰ ਕਹਿੰਦੇ ਜੀਵਾਣੂ, ਔਰ ਵਾਇਰਸ ਨੂੰ ਕਹਿੰਦੇ ਨੇ ਵਿਸ਼ਾਣੂ। ਇਹਨਾਂ ਦਾ ਮੂਲ ਕਾਰਨ ਹੈ ਇਹ ਅੱਡ-ਅੱਡ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ ਸਰੀਰ 'ਚ ਪਨਪਾਉਂਦੇ ਨੇ, ਜਿਹੜੀਆਂ ਕਿ ਆਪਣੇ ਸਰੀਰ ਨੂੰ ਬਿਮਾਰ ਕਰਦੇ ਨੇ। ਅਤੇ ਇਹਨਾਂ 'ਚ ਜਿਹੜਾ ਹੈ ਮਲੇਰੀਆ ਹੋ ਗਿਆ, ਇਸ ਤਰ੍ਹਾਂ ਦੇ ਵਾਇਰਸ ਹੈ, ਇਹ ਆਉਂਦੇ ਨੇ ਆਪਣੇ ਪਰਜੀਵੀ ਦੇ ਅੰਦਰ, ਇਹ ਪੈਰਾਸਾਈਟ ਸੇ। ਹਾਂ, ਹੁਣ ਜਿਵੇਂ ਟਾਈਫਾਇਡ ਹੈ, ਟਾਈਫਾਇਡ ਵੀ ਇੱਕ ਵਾਇਰਸ ਦੇ ਕਾਰਨ ਹੁੰਦਾ ਹੈ। ਆ ਵਾਇਰਸ ਕਾਰਨ ਹੈ ਜਿਹੜਾ ਕਿ ਆਪਣੇ ਸਰੀਰ ਅੰਦਰ, ਆਂਤੜੀ ਅੰਦਰ, ਲੀਵਰ ਅੰਦਰ ਵਾਸ ਕਰਦਾ ਹੈ। ਅਤੇ ਬੈਕਟੀਰੀਆ ਵੀ ਹੈ ਜਿਸ ਦੇ ਨਾਲ ਆਪਾਂ ਨੂੰ ਬੁਖਾਰ ਹੁੰਦਾ ਹੈ, ਜਾਂ ਆਪਾਂ ਨੂੰ ਕਈ ਵਾਰ UTI ਯਾਨੀ ਯੂਰੀਨ ਟਰੈਕਟ ਇਨਫੈਕਸ਼ਨ, ਗੁਰਦਿਆਂ ਦੇ ਪਿਸ਼ਾਬ ਵਿੱਚ ਪਸ ਆਉਣਾ, ਰੇਸ਼ਾ ਆਉਣਾ, ਇਹਨੂੰ ਆਪਾਂ UTI ਆਖ ਦਿੰਦੇ ਹਾਂ। ਇਹ ਵੀ ਬੈਕਟੀਰੀਆ ਦਾ ਕਾਰਨ ਹੁੰਦੇ ਨੇ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਰੋਗ ਫੈਲਾਉਂਦੇ ਆ। ਬੈਕਟੀਰੀਆ, ਕਈ ਵਾਰੀ ਕਿਹਾ ਜਾਂਦਾ ਕਿ ਬੈਕਟੀਰੀਆ ਤਾਂ ਦਹੀਂ ਦੇ ਵਿੱਚ ਵੀ ਹੁੰਦਾ ਹੈ। ਅਬ ਇੱਥੇ ਨਾ ਬੈਕਟੀਰੀਆ ਤਾਂ ਲੱਖਾਂ ਨੇ, ਜੇ ਆਪਾਂ ਕਿਤੇ ਵੀ ਹੱਥ ਟੱਚ ਕਰਦੇ ਹਾਂ ਉਹਦੇ ਲੱਖਾਂ ਬੈਕਟੀਰੀਆ, ਪਰ ਹਰ ਤਰ੍ਹਾਂ ਦਾ ਬੈਕਟੀਰੀਆ ਹਾਰਮਫੁਲ ਨਹੀਂ ਆ। ਕੁਝ ਬੈਕਟੀਰੀਆ ਜਿਹੜੇ ਕਿ ਆਪਣੇ ਸਰੀਰ ਲਈ ਹਾਰਮਫੁਲ ਨੇ, ਬਾਕੀ ਉਹ ਸਰੀਰ ਫਰੈਂਡਸ ਹੁੰਦੇ ਨੇ ਆਪਣੇ, ਯਾਨੀ ਸਿਹਤ ਲਈ ਠੀਕ ਹੁੰਦੇ ਨੇ। ਅਗਰ ਦਹੀਂ 'ਚ ਬੈਕਟੀਰੀਆ ਨਾ ਹੋਵੇ ਤਾਂ ਦਹੀਂ ਬਣਨਾ ਨਹੀਂ ਆ। ਉਹ ਦਹੀਂ ਵਾਲਾ ਬੈਕਟੀਰੀਆ ਆਪਣੇ ਲਈ ਸਹੀ ਆ, ਉਹ ਸਹੀ। ਅੱਛਾ, ਜਿਹੜੇ ਦੇਖੇ ਜਾਂਦੇ ਨੇ ਆਪਣਾ ਇਹ ਕਾਰਨ ਨੇ ਆਪਣਾ ਵੀ, ਜਿਵੇਂ ਕਿ ਆਪਨੇ ਦੱਸਿਆ ਕਿ ਪਰਜੀਵੀ ਨੇ, ਬੈਕਟੀਰੀਆ ਹੈ, ਕੀਟਾਣੂ ਹੈ, ਜੀਵਾਣੂ ਹੈ, ਇੱਕ ਵਿਸ਼ਾਣੂ ਨਾਮ ਵੀ ਆਪਣਾ ਮਤਲਬ ਮੈਡੀਕਲ ਲਾਈਨ 'ਚ ਵਾਇਰਸ, ਜਿਵੇਂ ਕਰੋਨਾ ਹੋਇਆ ਸੀ, ਇਹ ਵਾਇਰਸ ਨਾਲ ਹੀ ਹੋਇਆ ਸੀ। ਹਾਂ, ਇਹਨੂੰ ਆਪਾਂ ਵਿਸ਼ਾਣੂ ਕਹਿੰਦੇ ਨੇ। ਹਾਂਜੀ, ਤੇ ਇਹ ਜਿਹੜੇ ਸਾਰੇ ਹੈ ਕਿ ਨੇ ਜੀਵਾਣੂ, ਕੀਟਾਣੂ, ਵਿਸ਼ਾਣੂ, ਆਪਣੇ ਜਿਹੜੇ ਜੰਤਰ ਆਪ ਦੇਖਦੇ ਹੋ ਬਲੱਡ ਦੇ ਵਿੱਚ, ਇਹ ਉਸ ਤਰ੍ਹਾਂ ਸਾਰੇ ਉਹਦੇ ਵਿੱਚ ਨਜ਼ਰ ਆਉਂਦੇ ਨੇ? ਹਾਂਜੀ, ਮਾਈਕਰੋਸਕੋਪ ਹੁੰਦੀ ਹੈ ਜਿਹਨੂੰ ਸੂਖਸ਼ਮਦਰਸ਼ੀ ਕਹਿੰਦੇ ਨੇ। ਸੂਖਸ਼ਮਦਰਸ਼ੀ ਦੀ ਵੀ ਇੱਕ ਰੇਂਜ ਹੁੰਦੀ ਹੈ। ਵਿਸ਼ਾਣੂ ਉਸ 'ਚ ਦਿਖਾਈ ਨਹੀਂ ਦਿੰਦੇ। ਅੱਛਾ। ਬੈਕਟੀਰੀਆ ਦਿਖਾਈ ਦਿੰਦੇ। ਜਿਵੇਂ TB ਹੈ, ਕਿਸੇ ਨੂੰ TB ਹੈ, ਉਸ ਦੇ ਅੰਦਰ ZN ਸਟੇਨਿੰਗ ਕਰਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਦੇ ਅੰਦਰ ਟਿਊਬਰਕਲੋਸਿਸ ਦਾ ਆਪਾਂ ਨੂੰ ਬੈਕਟੀਰੀਆ ਦਿਖਾਈ ਦਿੰਦਾ ਹੈ। ਐਸਿਡ ਫਾਸਟ ਉਹਨੂੰ ਬੈਕਟੀਰੀਆ ਕਿਹਾ ਜਾਂਦਾ ਹੈ, ਉਹ ਆਪਾਂ ਨੂੰ ਦਿਖਾਈ ਦੇਣਗੇ। ਆਪਾਂ ਜਦੋਂ ਮਲੇਰੀਆ ਦੀ ਕੋਈ ਸਲਾਈਡ ਦੇਖਾਂਗੇ ਤਾਂ ਉਸ ਵਿੱਚ ਆਪਾਂ ਨੂੰ ਪੈਰਾਸਾਈਟਸ ਮਲੇਰੀਆ ਦਾ ਦਿਖਾਈ ਦੇ ਸਕਦਾ ਹੈ। ਇਹ ਚੀਜ਼ਾਂ ਦਿਖਾਈ ਦੇ ਜਾਂਦੀਆਂ ਨੇ। ਆਪਣੇ ਬਲੱਡ ਦੇ ਵਿੱਚ ਆਪਣਾ ਜਿਹੜਾ ਇੱਕ CBC ਖਾਸ ਕਰਕੇ ਆਪਣਾ ਟੈਸਟ ਲਿਖਿਆ ਜਾਂਦਾ ਹੈ, ਕੀਤਾ ਜਾਂਦਾ ਹੈ, ਇਹਦੇ ਵਿੱਚ ਕੀ ਹੁੰਦਾ? CBC ਹੀਮਟੋਗ੍ਰਾਮ ਹੁੰਦਾ ਹੈ, ਹੀਮੋਗ੍ਰਾਮ ਕਿਹਾ ਵੀ ਜਾਂਦਾ, ਇਸ ਨੂੰ ਹੀਮੋਗ੍ਰਾਮ ਵੀ ਕਹਿੰਦੇ ਨੇ, CBC ਕੰਪਲੀਟ ਬਲੱਡ ਕਾਊਂਟ ਵੀ ਕਹਿੰਦੇ ਨੇ। ਇਸ ਵਿੱਚ ਹੁੰਦਾ ਹੈ HB यानी कि हीमोग्लोबिन, कितना उसके अंदर हीमोग्लोबिन है। फिर इस दे अंदर WBC वाइट ब्लड सैल्स देखे जाते हैं। ये 5 तरह के होंगे ने अपने शरीर अंदर, उन्होंने वक्खो वक्ख काम होंदा है। RBC रेड ब्लड सैल्स, यानी कि जिन्होंने लाल रक्त कणिकाएं भी आखते हैं। अच्छा अच्छा, वो नहीं ने। तो उस तो बाद PCB, MCB, MCH, SCB यानी कि रेड ब्लड सैल की शेप, उस दे अंदर कितना हीमोग्लोबिन है और हीमोग्लोबिन की कंसनट्रेशन ये भी देखे जाते हैं। तो प्लेलेट्स भी देखे जाते हैं, जिन्होंने बिंबाणु भी आते हैं। आप बिंबाणु प्लेलेट्स अजकल एक कॉमन जी बीमारी चली हुई है प्लेलेट्स कि हर कोई 10 बंदे जो 2-3 दे घट ही मिलते हैं। इसका सारा ये पोल्यूशन का कारण है मेरे हिसाब नाल। पोल्यूशन करके आप जो ले रहे हैं, खा रहे हैं, या जो पोल्यूशन है हवा दे विच, उस दे कारण ये घट रहे हैं। तो आम लोग समझते हैं कि उन्होंने डेंगू का अपना कोई असर है? नहीं, डेंगू नाल कोई जरूरी नहीं है कि किसी के प्लेलेट्स घट होण तो उन्होंने डेंगू ही होवे, कोई जरूरी नहीं है जी। तो टाइफाइड दे विच की देखा जाता है? टाइफाइड विच वायरस हुंदा है। अच्छा, वायरस में देखा जाता है। सैल्मोना टाइफी वायरस नाम होंदा है। अच्छा, कोई जो भी अपने आंतड़ी विच वास करदा है। आप जदों भी कोई गंदा पानी या बाहर दा दूषित कोई खाना खा लें, या फिर आप कोई
ਗੰਦਾ ਪਾਣੀ ਪੀ ਲੈਂਦੇ ਆ, ਉਸ ਦੇ ਅੰਦਰ ਨਾਲ ਉਹ ਵਾਇਰਸ ਆਪਣੇ ਸਰੀਰ ਦੇ ਅੰਦਰ ਚੱਲਦਾ ਹੈ, ਫਿਰ ਉਹ ਆਪਾਂ ਨੂੰ ਇਨਫੈਕਟ ਕਰਦਾ ਹੈ, ਜਿਸ ਦੇ ਨਾਲ ਟਾਈਫਾਈਡ ਫੀਵਰ ਹੁੰਦਾ ਹੈ, ਜਿਹਨੂੰ ਇੰਟਰਿੰਗ ਫੀਵਰ ਵੀ ਕਹਿੰਦੇ। ਇੰਟਰਿੰਗ ਫੀਵਰ ਦਾ ਮਤਲਬ ਅੰਦਰ ਦਾ ਬੁਖਾਰ ਵੀ ਕਹਿ ਦਿੰਦੇ ਨੇ, ਆਮ ਲੋਕ ਇਹਨੂੰ ਮੋਤੀ ਝਾਰਾ ਵੀ ਆਉਂਦੇ ਨੇ। ਅਤੇ ਇਸ ਦੇ ਵਿੱਚ ਅਸੀਂ ਇਹਦੇ ਵਿੱਚ ਐਂਟੀਬੋਡੀ ਜਿਹੜਾ ਐਂਟੀਬੋਡੀ ਸਿਰਾ ਹੁੰਦਾ ਸਾਡੇ ਕੋਲ, ਜਿਸ ਦੇ ਨਾਲ ਰਿਐਕਟ ਕਰਾ ਕੇ ਸਿਰਮ ਨਾਲ ਇਸ ਨੂੰ ਦੇਖਿਆ ਜਾਂਦਾ ਹੈ। ਅੱਛਾ ਅੱਛਾ। ਇਹਦੇ ਵਿੱਚ ਜਿਵੇਂ ਟੈਸਟ ਹੋ ਗਿਆ ਆਪਣਾ, ਮਤਲਬ ਵੀ ਟੈਸਟ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਲੱਗਦਾ ਵੀ ਟਾਈਫਾਈਡ ਹੋਇਆ ਕਿੰਨਾ ਕੁ ਉਹਨੂੰ? ਹਾਂਜੀ, ਇਹਦਾ ਟਾਈਟਰ ਹੁੰਦਾ ਹੈ। ਅੱਛਾ, ਟਾਈਟਰ ਲਾਉਂਦੇ ਨੇ ਅਸੀਂ ਵੀ ਉਹ ਸਿਰਮ ਦੀ ਡਿਲੂਸ਼ਨ ਬਣਾ ਕੇ ਨਾ, ਉਸ ਦੇ ਹਿਸਾਬ ਨਾਲ ਟਾਈਟਰ ਲਾ ਕੇ ਉਸ ਦੇ ਹਿਸਾਬ ਨਾਲ ਦੱਸਦੇ ਨੇ 120, 1/40, 1/18, 80, 1/160, 1/320, ਇਸ ਤਰ੍ਹਾਂ ਵੰਡਿਆ ਜਾਂਦਾ। ਅੱਛਾ, ਕੁਝ ਲੋਕ ਨੇ ਜਿਹੜੇ ਜਿਵੇਂ ਕਿ ਆਪਨੇ ਦੱਸਿਆ ਕਿ ਗਲਤ ਪਾਣੀ ਪੀਣ ਦੇ ਨਾਲ, ਗਲਤ ਖਾਣਾ ਖਾਣ ਦੇ ਨਾਲ ਟਾਈਫਾਈਡ ਜਿਹੜਾ ਹੈ ਉਹ ਹੁੰਦਾ ਹੈ। ਬਿਲਕੁਲ ਠੀਕ ਹੈ, ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਖਾਣ ਪੀਣ ਵੱਲ। ਜਦੋਂ ਟਾਈਫਾਈਡ ਹੋ ਜਾਂਦਾ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਡਾਕਟਰ ਦੇ ਕੋਲ ਜਾਂਦੇ ਨੇ, ਡਾਕਟਰ ਜਿਹੜੇ ਨੇ ਆਪਣਾ ਉਹ ਐਂਟੀਬਾਇਓਟਿਕ ਲਿਖ ਦਿੰਦੇ ਨੇ। ਆਮ ਤੌਰ 'ਤੇ ਪੁਰਾਣੇ ਸਮੇਂ ਤੋਂ ਕਲੋਰੋਮਾਈਸਟਿਨ ਜਿਹੜਾ ਹੈ ਉਹ ਚੱਲਦਾ ਆ ਰਿਹਾ। ਲੋਕ ਉਹ ਕੈਪਸੂਲ ਖਾਂਦੇ ਨੇ 3 ਟਾਈਮ 500 ਮਿਲੀਗ੍ਰਾਮ ਦੇ ਕੋਰਸ ਪੂਰਾ ਕਰ ਲੈਂਦੇ ਨੇ ਹਫ਼ਤੇ ਵਾਸਤੇ ਜਾਂ 10 ਦਿਨਾਂ ਵਾਸਤੇ, ਜਿਵੇਂ ਡਾਕਟਰ ਦੱਸਦੇ ਨੇ। ਪਰ ਇਹ ਸਾਰੇ ਸਭ ਕੁਝ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਐਸੇ ਨੇ ਵੀ ਜਿਹੜੇ ਕਿ ਕਹਿੰਦੇ ਨੇ ਕਿ ਸਾਨੂੰ ਹਰ ਸਾਲ ਟਾਈਫਾਈਡ ਹੋ ਜਾਂਦਾ ਹੈ। ਜਿਹੜਾ ਨੂੰ ਹਰ ਸਾਲ ਟਾਈਫਾਈਡ ਹੋ ਜਾਂਦਾ ਹੈ ਉਹਨਾਂ ਨੂੰ ਕੋਈ ਅਲੱਗ ਕੋਈ ਟੈਸਟ ਦੀ ਲੋੜ ਹੈ ਜਾਂ ਫਿਰ ਉਹਨਾਂ ਦੀ ਕੋਈ ਦਵਾਈ ਦੀ ਖੋਜ ਵਾਸਤੇ ਵੀ ਕਿਹੜੀ ਸਪੈਸ਼ਲ ਦਵਾਈ ਹੈ ਉਹਨਾਂ ਦੀ ਵੀ ਉਹਨਾਂ ਦਾ ਕਦੇ ਵੀ ਨਾ? ਟਾਈਫਾਈਡ ਦਾ ਵੈਕਸੀਨ ਵੀ ਹੈ। ਅੱਛਾ ਜੀ, ਜਿਹੜਾ ਕਿ ਮਾਰਕੀਟ 'ਚ ਟਾਈਫਾਈਡ ਦਾ ਵੈਕਸੀਨ ਮਿਲਦਾ ਹੈ, ਉਹ ਵੈਕਸੀਨ ਲਗਵਾ ਸਕਦੇ ਨੇ। ਅੱਛਾ ਅੱਛਾ, ਵੈਕਸੀਨੇਸ਼ਨ ਕਰਵਾ ਸਕਦੇ ਆ ਆਪਣੇ ਟਾਈਫਾਈਡ ਨੂੰ। ਵੈਕਸੀਨੇਸ਼ਨ ਕਰਵਾ ਸਕਦੇ ਨੇ, ਜਿਵੇਂ ਕਿ ਅੱਜ ਕੱਲ੍ਹ ਕਰੋਨਾ ਦਾ ਆਪਣਾ ਹਾਂਜੀ ਵੈਕਸੀਨ ਹੈ। ਇਸ ਦਾ ਆਪਣਾ ਪੋਲੀਓ ਦਾ ਵੈਕਸੀਨੇਸ਼ਨ ਹੈ। ਅੱਛਾ, BCG ਦਾ ਵੈਕਸੀਨੇਸ਼ਨ ਹੈ। ਵੈਕਸੀਨੇਸ਼ਨ ਆਪਾਂ ਬੱਚਿਆਂ ਨੂੰ ਵੀ ਦਿੰਦੇ ਹੀ ਹਾਂ ਵੈਕਸੀਨੇਸ਼ਨ। ਉਹਦੇ ਨਾਲ ਫਿਰ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ? ਹਮੇਸ਼ਾ ਵਾਸਤੇ ਤਾਂ ਇਹਦੀ ਵੈਸੇ ਤਾਂ ਕਿਹਾ ਗਿਆ, ਕਿਉਂਕਿ ਇਹ ਜਿਹੜਾ ਇਹ ਜੋ ਹੈ ਤੁਸੀਂ ਪੁੱਛ ਰਹੇ ਹੋ, ਇਹ ਡਾਕਟਰੀ ਲੈਵਲ ਦਾ ਹੈ। ਡਾਕਟਰੀ ਇਹ ਲੈਬ ਦੇ ਅੰਦਰ ਨਹੀਂ ਆਉਂਦਾ। ਹਾਂ, ਨਹੀਂ ਮੇਰਾ ਖਿਆਲ ਆਪਣੇ ਲੈਬ ਵਾਲਾ ਤਾਂ ਆਪਣਾ ਇੱਕ ਇਹ ਦੱਸਦਾ ਵੀ ਮੈਂ ਟੈਸਟ ਕਰਿਆ, ਟੈਸਟ ਕਰ ਲਿਆ, ਟੈਸਟ ਡਾਕਟਰ ਤੱਕ ਵੀ ਉਹ ਪੋਜ਼ਿਟਿਵ ਆ ਗਿਆ ਜਾਂ ਨੈਗੇਟਿਵ ਆ ਗਿਆ, ਉਹਨੂੰ ਕੋਈ ਮਤਲਬ ਨਹੀਂ ਕੀ ਉਹ ਡਾਕਟਰ ਆਪਣੀ ਸਮਝ ਨਾਲ ਉਹਨੂੰ ਮੈਡੀਸਨ ਲਿਖੂਗਾ ਆਪਣੇ ਹਿਸਾਬ ਨਾਲ। ਕਿਉਂਕਿ ਜੋ ਅਸੀਂ ਟੈਸਟ ਕਰਦੇ ਹਾਂ ਉਹ ਸਿਰਫ ਡਾਕਟਰ ਲਈ ਹੁੰਦਾ ਹੈ, ਯਾਨੀ ਜੋ ਇਸ ਪ੍ਰੋਫੈਸ਼ਨ ਦੇ ਰਿਲੇਟਿਡ ਹੈ ਉਹਨਾਂ ਲਈ ਹੁੰਦਾ ਹੈ। ਇਹ ਅਸੀਂ ਪੇਸ਼ੈਂਟ ਨੂੰ ਨਹੀਂ ਇਹਦੀ ਡਿਸਕਲੋਜ਼ ਕਰ ਸਕਦੇ ਰਿਪੋਰਟ, ਨਾ ਪੇਸ਼ੈਂਟ ਨੂੰ ਨਾ ਕਿਸੇ ਹੋਰ ਨੂੰ, ਸਿਰਫ ਡਾਕਟਰ ਲਈ ਜਾਂ ਜੋ ਪ੍ਰੋਫੈਸ਼ਨ ਨਾਲ ਰਿਲੇਟਿਡ ਹੈ ਉਹਨਾਂ ਲਈ ਹੁੰਦੀ ਹੈ ਰਿਪੋਰਟ। ਚਲੋ, ਗਿਆਨ ਦੇ ਆਧਾਰ 'ਤੇ ਜੇ ਆਪਾਂ ਗੱਲ ਕਰਨੀ ਚਾਹੀਏ ਵੀ ਜਿਨ੍ਹਾਂ ਦਾ ਟਾਈਫਾਈਡ ਨਹੀਂ ਠੀਕ ਹੁੰਦਾ ਹੈਗਾ, ਉਹ ਇੱਕ ਐਂਟੀਬਾਇਓਟਿਕ ਖਾਂਦੇ ਨੇ, ਕਈ ਵਾਰੀ ਦੂਜਾ ਖਾ ਲੈਂਦੇ ਨੇ। ਕੀ ਕੋਈ ਅਜਿਹਾ ਟੈਸਟ ਹੈ ਵੀ ਉਹਨਾਂ ਦੇ ਬਲੱਡ ਦੇ ਆਧਾਰ 'ਤੇ ਕੋਈ ਸਪੈਸ਼ਲ ਉਹਨਾਂ ਨੂੰ ਐਂਟੀਬਾਇਓਟਿਕ ਕੰਮ ਕਰਦਾ ਹੋਵੇ, ਵੀ ਇਹੋ ਜਿਹਾ ਕੋਈ ਟੈਸਟ ਹੋਵੇ ਵੀ ਆਹ ਖਾਓ ਤੁਸੀਂ ਠੀਕ ਹੋ ਜਾਓ? ਜਾਂ ਤਾਂ ਟ੍ਰੀਟਮੈਂਟ ਪੂਰੀ ਨਹੀਂ ਲੈਂਦੇ ਨੇ। ਅੱਛਾ ਅੱਛਾ, ਜਾਂ ਪ੍ਰੋਪਰ ਕੋਈ ਚੰਗੇ ਡਾਕਟਰ ਜਿਵੇਂ MD DM ਬੈਠੇ ਨੇ ਉਹਨਾਂ ਕੋਲ ਜਾਣ ਤੇ ਉਹਨਾਂ ਤੋਂ ਪ੍ਰੋਪਰ ਟ੍ਰੀਟਮੈਂਟ ਕਰਵਾਉਣ ਤੇ ਠੀਕ ਹੋ ਜਾਂਦਾ ਹੈ। ਅੱਛਾ, ਕੋਈ ਇਹੋ ਜਿਹੀ ਗੱਲ ਨਹੀਂ ਵੀ ਠੀਕ ਨਾ ਹੋਵੇ। ਬਾਕੀ ਜਿਹੜੇ ਇਸ ਦੇ ਅੰਦਰ ਐਂਟੀਬੋਡੀਜ਼ ਬਣ ਜਾਂਦੀਆਂ ਨਾ, ਉਹ ਐਂਟੀਬੋਡੀਜ਼ ਬਾਅਦ ਵੀ ਅਗਰ ਅਸੀਂ ਕਿਸੇ ਟੈਸਟ ਕਰਦੇ ਹਾਂ ਤਾਂ ਡਿਕਟੇਟ ਹੋ ਜਾਂਦੀਆਂ ਨੇ ਵੀ ਹਾਂ, ਤੇ ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ ਤਾਂ ਟਾਈਫਾਈਡ ਹੈ, ਮਗਰ ਉਹ ਟਾਈਫਾਈਡ ਨਹੀਂ ਹੁੰਦਾ। ਹਾਂ, ਠੀਕ ਹੈ। ਤੇ ਬਲੱਡ ਦੇ ਵਿੱਚ ਜਿਹੜੇ ਮੇਨ ਟੈਸਟ ਨੇ ਆਪਣਾ, ਮਤਲਬ ਵੀ ਆਮ ਲੋਕਾਂ ਵਾਸਤੇ ਜ਼ਰੂਰੀ ਨੇ, ਜਿਵੇਂ ਆਪਣੇ 40 ਸਾਲ ਦੀ ਗੱਲ ਕਰੀਏ ਵੀ 40 ਸਾਲ ਤੋਂ ਬਾਅਦ ਕਰਾਉਣੇ ਚਾਹੀਦੇ ਨੇ, ਕਿਹੜੇ ਟੈਸਟ ਨੇ ਆਪਣਾ ਵੀ ਜਿਹੜੇ ਕਿ ਜ਼ਰੂਰੀ ਉਹਨਾਂ ਨੂੰ ਕਰਵਾਉਣੇ? ਮੰਨ ਲਓ ਚਲੋ ਕੋਈ ਆਮ ਇਨਸਾਨ ਹੈ, ਉਹ ਡਾਕਟਰ ਕੋਲੇ ਨਾ ਜਾਣਾ ਚਾਹੇ, ਉਹਨੂੰ ਡਾਕਟਰ ਨਾ ਮਿਲੇ, ਕਿਉਂਕਿ ਹਰ ਜਗ੍ਹਾ ਤਾਂ MBBS ਡਾਕਟਰ ਜਾਂ MD ਨਹੀਂ ਹੁੰਦੇ, ਪਿੰਡਾਂ ਵਿੱਚ ਤਾਂ ਹਾਲ ਤੱਕ ਵੀ ਕੋਈ ਕੁਛ ਵੀ ਕੋਈ ਇੰਤਜ਼ਾਮ ਨਹੀਂ ਹੈਗਾ। ਤਾਂ ਉਹ ਲੋਕ ਸਿੱਧਾ ਆ ਕੇ ਇੱਥੇ ਜਾਂਚ ਕਰਾਉਣੀ ਚਾਹੁਣ ਵੀ ਮੈਂ ਦੇਖਣਾ ਚਾਹੁੰਦਾ ਵੀ ਮੈਨੂੰ ਕੋਈ ਖਰਾਬੀ ਹੈ ਜਾਂ ਨਾ ਹੈ 40 ਸਾਲ ਤੋਂ ਬਾਅਦ, ਉਹ ਕੀ ਸੋਚ ਕੇ ਆਉਣਗੇ ਜਾਂ ਕਿਵੇਂ ਕੋਈ ਲਿਖ ਕੇ ਲੈ ਕੇ ਆਉਣਗੇ ਟੈਸਟ ਆਪਣਾ? ਉਹਨਾਂ ਨੂੰ ਲਿਖਣ ਦੀ ਲੋੜ ਨਹੀਂ ਹੈ, ਉਹ ਕਹਿਣਾ ਵੀ ਮੈਂ ਇੱਕ ਬੋਡੀ ਪ੍ਰੋਫਾਈਲ ਕਰਵਾਉਣਾ ਚਾਹੁੰਦਾ। ਬੋਡੀ ਪ੍ਰੋਫਾਈਲ ਯਾਨੀ ਕਿ ਮੇਨ ਟੈਸਟ। ਉਹ ਬੋਡੀ ਪ੍ਰੋਫਾਈਲ ਨੂੰ ਵੀ ਨਹੀਂ ਸਮਝਦੇ ਆਪਣਾ ਵੀ ਕੀ ਬੋਡੀ ਪ੍ਰੋਫਾਈਲ ਸ਼ਬਦ ਉਹਨਾਂ ਵਾਸਤੇ ਮੁਸ਼ਕਲ ਹੈ। ਹਾਂਜੀ, ਇਹ ਗੱਲ ਉਹ ਕਹਿਣ ਵੀ ਮੈਂ ਆਪਣੇ ਸਰੀਰ ਦਾ ਟੈਸਟ ਕਰਾਉਣਾ ਚਾਹੁੰਦਾ ਵੀ ਮੇਰੇ ਅੰਦਰ ਕੋਈ ਇਸ ਤਰ੍ਹਾਂ ਦਾ ਰੋਗ ਤਾਂ ਨਹੀਂ ਆ। ਹਾਂਜੀ ਹਾਂ, ਕਿ ਉਸ ਦੇ ਬਾਰੇ 'ਚ ਤਾਂ ਉਸ ਦੇ ਬਾਰੇ 'ਚ ਅਸੀਂ ਕੀ ਕਰਾਂਗੇ, ਉਹਦੀ CBC ਕਰਾਂਗੇ ਇੱਕ। ਅੱਛਾ ਜੀ। ਇੱਕ LFT ਹਾਂ, ਲੀਵਰ ਫੰਕਸ਼ਨ ਟੈਸਟ ਹੈ, ਯਾਨੀ ਕਿ ਉਹਦੇ ਲੀਵਰ ਦੇ ਟੈਸਟ ਹੋਣਗੇ। ਅੱਛਾ ਹੈ। ਇੱਕ ਹੁੰਦਾ RFT ਯਾਨੀ ਕਿ ਗੁਰਦਿਆਂ ਦੇ ਟੈਸਟ। ਅੱਛਾ ਜੀ। ਤੇ ਇੱਕ ਲਿਪਿਡ ਪ੍ਰੋਫਾਈਲ ਵੈਸੇ ਤਾਂ ਵਸਾ ਦੀ ਮਾਤਰਾ ਦੇਖੀ ਜਾਂਦੀ ਹੈ ਖੂਨ ਦੇ ਅੰਦਰ, ਇਹਨੂੰ ਆਪਾਂ ਇਸ ਦੇ ਨਾਲ ਜੋੜ ਕੇ ਦੇਖਦੇ ਨੇ ਹਾਰਟ ਨਾਲ। ਤੇ ਯੂਰਿਨ ਕੰਪਲੀਟ ਯਾਨੀ ਪਿਸ਼ਾਬ ਦੇ ਟੈਸਟ।
रूटीन टेस्ट। नहीं जिवें आपने LFT दस्सिया अपना मतलब भी लीवर फंक्शन टेस्ट हो गया। हाँ जी। दूसरा किडनी का किहड़ा टेस्ट है? RFT है। ਇਹਦੇ ਵਿੱਚ ਕੀ ਹੁੰਦਾ ਹੈ? LFT ਵਿੱਚ ਆਪਾਂ ਸੀਰਮ ਬਿਲੀਰੂਬਿਨ ਪੀ ਲਿਆ। ਅੱਛਾ ਇਨਡਾਇਰੈਕਟ ਡਾਇਰੈਕਟ। ਅੱਛਾ ਹਾਂ ਉਹ ਲਾਵਾਂਗੇ। SGOT SGPT ਇਹ ਚੰਗਾ ਹੋਇਆ ਆਪਣੇ ਦੱਸਤਾ ਆਪਣਾ ਵੀ ਇਹ ਬਹੁਤ ਲੋਕਾਂ ਨੂੰ ਅੱਜ ਕੱਲ੍ਹ ਜਿਹੜਾ ਹੈ ਉੱਪਰ ਨੀਚੇ ਹੋਇਆ ਹੋਇਆ। ਹਾਂ ਇਹ ਮੇਰੇ ਖਿਆਲ ਖਾਣ ਪਾਣ ਦਾ ਸਾਰਾ ਹੀ ਇਹ 40 ਕੁ ਹੋਣੀ ਚਾਹੀਦੀ ਹੈ ਮੇਰੇ ਖਿਆਲ ਹੈ। ਹਾਂ 40 ਤੋਂ ਥੱਲੇ ਹੋਣੇ ਚਾਹੀਦੇ। ਹਾਂ ਤੇ ਲੋਕਾਂ ਨੂੰ ਕਿਸੇ ਨੂੰ 150 ਹੋ ਜਾਂਦੀ ਹੈ, ਕਿਸੇ ਨੂੰ ਆਪਣਾ ਉਸ ਤੋਂ ਉੱਪਰ ਵੀ ਚੱਕੀ ਫਿਰਦੇ ਨੇ ਲੋਕ ਆਪਣਾ। ਇਹ ਕਾਰਨ ਕੀ ਹੈ ਵੀ ਜਿਹੜਾ ਇੰਨੀ ਕਾਰਨ ਲੋਕਾਂ ਨੂੰ? ਇੱਕ ਤਾਂ ਐਲਕੋਹਲ ਵੀ ਇਸਦਾ। ਹਾਂ ਨਹੀਂ ਕਈ ਸ਼ਰਾਬ ਨਹੀਂ ਪੀਂਦੇ, ਉਹਨਾਂ ਨੂੰ ਵੀ ਜ਼ਿਆਦਾ ਆਪਣਾ ਹੈ। ਜਾਂ ਕੋਈ ਮੈਡੀਸਨ ਹੀ ਬਹੁਤ ਜ਼ਿਆਦਾ ਖਾਂਦੇ ਨੇ। ਅੱਛਾ ਹਾਂ ਕਿਸੇ में हर ਮੈਡੀਸਨ 'ਚ ਵੀ ਐਲਕੋਹਲ ਪਾਇਆ ਜਾਂਦਾ ਹੈ। ਅੱਛਾ ਜਾਂ ਮੈਡੀਸਨ ਜਾਂ ਕੁਝ ਖਾਣ ਪਾਣ ਇਸ ਤਰ੍ਹਾਂ ਦੇ ਆਪਣੇ। ਅੱਛਾ ਜੰਕ ਫੂਡ ਵੀ ਜਿਹੜੇ ਜ਼ਿਆਦਾ ਖਾਂਦੇ ਉਹਨਾਂ ਨੂੰ ਵੀ ਹੋ ਜਾਂਦਾ। ਜਾਂ ਅੱਜ ਕੱਲ੍ਹ ਫੈਟੀ ਲੀਵਰ ਹੈ ਜਿਨ੍ਹਾਂ ਦੇ। ਹਾਂ ਫੈਟੀ ਲੀਵਰ ਕਰਕੇ ਵੀ ਇਹ ਪ੍ਰੋਬਲਮ ਜਾਂਦੀ ਹੈ। ਜਾਂ ਕੋਈ ਲੀਵਰ ਦੀ ਕਿਸੇ ਨੂੰ ਡਿਜ਼ੀਜ਼ ਹੋਵੇ, ਬਿਮਾਰੀ ਹੋਵੇ, ਫਿਰ ਵੀ ਇਹ ਵੱਧ ਜਾਣਗੇ। ਆਹ ਰੀਜ਼ਨ ਨੇ ਇਹਨਾਂ ਦੇ ਅੱਜ ਕੱਲ੍ਹ। ਮਤਲਬ ਕਿ ਲੀਵਰ ਫੰਕਸ਼ਨ ਟੈਸਟ ਜਿਹੜਾ ਹੈਗਾ LFT ਦੇ ਵਿੱਚ SGPT SGOT ਇੱਕ ਧਿਆਨ ਦੇਣ ਵਾਲੀ ਗੱਲ ਹੈ ਵੀ ਇਹਦਾ ਜਿਹੜਾ ਲੈਵਲ ਹੈ ਬੋਡੀ 'ਚ ਸਹੀ ਹੋਣਾ ਚਾਹੀਦਾ। ਮਤਲਬ 40 ਦੇ ਕਰੀਬ ਇਹਦਾ ਮੇਰੇ ਖਿਆਲ ਹੈ ਨਾਰਮਲ ਲੈਵਲ ਇੱਕ ਹੈਗਾ ਹੈ। SGOT ਹੈ ਇਹ ਤਾਂ ਆਪਣੇ ਲੀਵਰ 'ਚ ਪਾਇਆ ਜਾਂਦਾ ਜੀ। SGPT ਹੈ ਇਹ ਆਪਣੇ ਹਾਰਟ ਸੈਲਸ ਨੇ, ਹਾਰਟ ਦੇ ਮਸਲਸ ਨੇ, ਔਰ ਇਸ ਦੇ ਆਪਣੇ ਕਿਡਨੀ ਦੇ, ਲੀਵਰ ਦੇ, ਇਹਨਾਂ ਮਸਲਸ ਵੀ SGPT ਪਾਇਆ ਜਾਂਦਾ। ਅੱਛਾ PT ਜੋ ਹੈ ਉਹ ਪਾਇਆ ਜਾਂਦਾ ਹੈ ਇਹਨਾਂ ਦਾ। OT ਆ ਉਹ ਲੀਵਰ 'ਚ ਪਾਇਆ ਜਾਂਦਾ ਹੈ। ਅੱਛਾ OT ਲੀਵਰ 'ਚ ਪਾਇਆ ਜਾਂਦਾ। ਹਾਂਜੀ ਮਤਲਬ ਵੀ ਐਂਜ਼ਾਈਮ ਹੈ। ਹਾਂ OT ਦਾ ਐਂਜ਼ਾਈਮ ਹੈ। ਮਤਲਬ ਕਿ OT ਦਾ ਸੰਬੰਧ ਜਿਹੜਾ ਹੈਗਾ ਉਹ ਲੀਵਰ ਦੇ ਨਾਲ ਹੈ। PT ਦਾ ਸੰਬੰਧ ਜਿਹੜਾ ਆਪਣਾ ਉਹ ਲੀਵਰ ਨਾਲ ਵੀ ਹੈ, ਹਾਰਟ ਨਾਲ ਵੀ ਹੈ ਤੇ ਕਿਡਨੀ ਨਾਲ ਵੀ ਹੈ। ਤਿੰਨਾਂ ਨਾਲ ਤੇ ਇਹ ਜਦੋਂ ਵੱਧ ਜਾਂਦੇ ਨੇ ਆਪਣਾ ਵੀ ਇਹਨੂੰ ਹੋਰ ਆਪਣਾ ਅੱਗੇ ਇਹਦੀ ਬਰੀਕੀ ਨਾਲ ਛਾਣਬੀਣ ਕਰਨ ਵਾਸਤੇ ਵੀ ਕਿੱਥੇ ਕੋਈ ਨੁਕਸ ਮੈਨੂੰ ਆਪਣਾ ਮਤਲਬ ਹੈ ਬੋਡੀ 'ਚ, ਉਸ ਤੋਂ ਅਗਲਾ ਵੀ ਕੋਈ ਸਟੈਪ ਕੋਈ ਹੈ? ਹਾਂ ਅਗਲਾ ਫਿਰ ਉਹ ਜੋ ਮੰਨ ਲਓ SGPT SGOT ਗਲਤ ਆ ਗਈ ਕਿਸੇ ਬੰਦੇ ਦੀ, ਉਸ ਤੋਂ ਬਾਅਦ ਅੱਗੇ ਵੀ ਕੁਝ ਹੈ ਇਸ ਤੋਂ ਆਪਣਾ ਵੀ ਉਹ ਕਰਵਾਓ? ਫਿਰ ਜਾਂ ਤਾਂ ਅਲਟਰਾਸਾਊਂਡ ਲਈ ਰਿਕਮੈਂਡਡ ਕਰਦੇ ਨੇ ਡਾਕਟਰ। ਅੱਛਾ ਹਾਂ ਵੀ ਅਲਟਰਾਸਾਊਂਡ ਕਰਵਾਓ ਤੁਸੀਂ ਲੀਵਰ ਦੀ। ਜੀ ਤੇ ਬਾਕੀ ਜਿਹੜੇ ਡਾਕਟਰ ਗੈਸਟਰੋਲੋਜਿਸਟ ਹੈ, ਜਿਹੜੇ ਪੇਟ ਦੀ ਬਿਮਾਰੀ ਦੇ ਸਪੈਸ਼ਲਿਸਟ ਨੇ, ਲੀਵਰ ਦੇ ਸਪੈਸ਼ਲਿਸਟ ਨੇ, ਫਿਰ ਡਾਕਟਰ ਉਹਦੇ ਕੋਲੇ ਜਾ ਕੇ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਵੀ ਉਹ ਕੀ ਕਰਵਾਉਂਦੇ ਨੇ, ਕੀ ਟੈਸਟ ਲਿਖਦੇ ਨੇ, ਉਹ ਟਰੀਟ ਕਿਵੇਂ ਕਰਦੇ ਨੇ, ਉਹ ਉਹਨਾਂ ਤੋਂ ਟਰੀਟ ਕਰਵਾਉਣਾ ਚਾਹੀਦਾ। ਮਤਲਬ ਲੈਬ ਵਾਲੇ ਦਾ ਕੰਮ ਨਹੀਂ, ਲੈਬ ਵਾਲੇ ਨੇ ਤਾਂ ਕਰਤਾ, ਉਹਨੂੰ ਦੱਸਤਾ ਵੀ ਤੇਰੇ ਹਾਈ ਆ ਰਹੇ ਨੇ, ਹਾਈ ਆ ਗਈ ਵੈਲਿਊ ਇਹਨਾਂ ਦੀ, ਹਾਈ ਵੈਲਿਊ, ਉਸ ਤੋਂ ਬਾਅਦ ਉਹ ਗੈਸਟਰੋਲੋਜਿਸਟ ਕੋਲੇ ਚਲੇ ਜਾਣ, ਯਾਨੀ ਲੀਵਰ ਸੰਬੰਧੀ ਜਿਹੜੇ ਡਾਕਟਰ ਨੇ, ਪੇਟ ਸੰਬੰਧੀ ਬਿਮਾਰੀਆਂ ਡਾਕਟਰ ਹੈ, ਉਹਨਾਂ ਕੋਲੇ ਜਾਣ ਤੇ ਉਹਨਾਂ ਤੋਂ ਆਪਣੀ ਰਾਏ ਲੈਣ ਤੇ ਉਹ ਸਾਰਾ ਹੀ ਉਹਨਾਂ ਨੂੰ ਦੱਸਣਗੇ ਵੀ ਅੱਗੇ ਕੀ ਕਰਨਾ, ਤੁਸੀਂ ਕੀ ਸਟੈਪ ਹੈ ਤੁਹਾਡਾ ਅਗਲਾ। ਅੱਛਾ ਇਹ ਜਿਹੜਾ ਹੈ ਇਹ ਟੈਸਟਾਂ ਦੇ ਵਿੱਚ ਅਗਲਾ ਜਿਹੜਾ ਆਪਣਾ ਮਤਲਬ ਟ੍ਰੀਟਮੈਂਟ ਦੇ ਨਾਲ ਸੰਬੰਧਿਤ ਆਪਣਾ ਕਿਸੇ ਮਰੀਜ਼ ਦਾ ਆਪਣਾ ਮਤਲਬ ਇੱਕ ਪ੍ਰਕਿਰਿਆ ਹੈ ਵਧਣ ਦੀ, ਉਹ ਡਾਕਟਰਾਂ 'ਤੇ ਡਿਪੈਂਡ ਕਰਦੀ ਹੈ, ਵੀ ਡਾਕਟਰ ਦੱਸਣਗੇ। ਹਾਂਜੀ ਕੋਈ ਵੀ ਟੈਸਟ ਹੋ ਸਕਦਾ ਆਪਣਾ। ਬਿਲਕੁਲ। ਤੇ ਇਹ ਜਿਹੜਾ ਖਾਸ ਕਰਕੇ ਆਪਣਾ ਮਤਲਬ ਅੱਜ ਕੱਲ੍ਹ ਇਹ ਇੱਕ ਸਮੱਸਿਆ ਬਹੁਤ ਵੱਡੀ ਹੈ, ਥਾਇਰਾਇਡ ਦੀ ਜਿਹੜੀ ਪ੍ਰੋਬਲਮ ਹੈ, ਮਤਲਬ ਲੋਕਾਂ ਨੂੰ ਵੱਧ ਜਾਂਦਾ ਹੈ, ਕਈਆਂ ਦਾ ਵਜ਼ਨ ਵੱਧ ਜਾਂਦਾ ਹੈ, ਕਈਆਂ ਦਾ ਘਟ ਜਾਂਦਾ ਹੈ, ਆਵਾਜ਼ ਥਥਲਾਉਂਦੀ ਹੈ, ਜਾਂ ਹੋਰ ਕਈ ਪ੍ਰਕਾਰ ਦੇ ਮਾਨਸਿਕ ਵਿਕਾਰ ਉਹਨਾਂ ਨੂੰ ਹੁੰਦੇ ਨੇ। ਇਸ ਟੈਸਟ ਵਾਸਤੇ ਵੀ ਮੇਰਾ ਇਹ ਠੀਕ ਹੈ ਜਾਂ ਗਲਤ ਹੈ, ਜਾਂ ਫਿਰ ਮਰੀਜ਼ ਨੂੰ ਦੇਖ ਕੇ ਆਪਾਂ ਵੀ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨੂੰ ਲੋੜ ਹੈ ਇਹਦੀ? ਜਿਵੇਂ ਬੁਖਾਰ ਦੇਖ ਕੇ ਆਪਾਂ ਅੰਦਾਜ਼ਾ ਲਾ ਲੈਂਦੇ ਵੀ ਕਿਸੇ ਨੂੰ ਹਫ਼ਤਾ ਭਰ ਬੁਖਾਰ ਚੜ੍ਹ ਗਿਆ। ਮੇਨ ਲੱਛਣ ਤਾਂ ਵੈਸੇ ਜੋ ਡਾਕਟਰ ਦੱਸਦੇ ਨੇ ਉਹ ਕਹਿੰਦੇ ਨੇ, ਇਹ ਲੈਬ ਟੈਕਨੀਸ਼ੀਅਨ ਡਾਕਟਰ ਕਹਿੰਦੇ ਨੇ, ਸਕਿਨ ਡਰਾਈਨੈਸ ਹੋਣਾ। ਅੱਛਾ। ਸਕਿਨ 'ਚ ਸੁੱਕਾ ਬਣਨਾ, ਔਰ ਗਲੇ ਦੀ ਆਵਾਜ਼ 'ਚ ਚੇਂਜ ਜਾਣਾ। ਅੱਛਾ। ਜਾਂ ਗਲੇ 'ਚ ਦਰਦ ਰਹਿਣਾ ਹੈ, ਜਾਂ ਜ਼ਿਆਦਾ ਓਵਰਵੇਟ ਹੋ ਜਾਣਾ ਬੰਦੇ ਦਾ, ਆਪਣੇ ਕੋ ਉਹ ਕੋਈ ਕਹਿੰਦਾ ਵੀ ਮੈਂ ਕੁਝ ਖਾਂਦਾ ਤਾਂ ਹੈ ਨਹੀਂ ਆ ਪਰ ਮੇਰਾ ਵਜ਼ਨ ਵੱਧਦਾ ਹੈ, ਤੇ ਇਸ ਦੇ ਵਿੱਚ ਕਿਸੇ ਦਾ ਕੋਲੈਸਟਰੋਲ ਵੀ ਵਧਣਾ, BP ਵਧਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇਹ ਮੇਨ ਹਾਰਮੋਨ ਹੈ ਆਪਣੇ ਬੋਡੀ ਦਾ, ਇਹ ਜੋ ਥਾਇਰਾਇਡ ਹੈ ਮੇਨ ਹਾਰਮੋਨ ਹੈ, ਇਹ ਸ਼ੁਰੂ ਹੁੰਦਾ ਬ੍ਰੇਨ ਤੋਂ। ਬ੍ਰੇਨ TRH ਰਿਲੀਜ਼ ਕਰਦਾ ਹੈ, ਉਸ ਦੇ ਅੰਦਰ ਪਿਚਿਊਟਰੀ ਗਲੈਂਡ ਹੁੰਦੀ ਹੈ, ਉਸ ਦੇ ਥੱਲੇ ਉਹ TSH ਰਿਲੀਜ਼ ਕਰਦੀ ਹੈ। TSH ਰਿਲੀਜ਼ ਤੋਂ ਬਾਅਦ ਫਿਰ ਗਲੇ 'ਚ ਵੀ ਆਪਣੇ ਥਾਇਰਾਇਡ ਗਲੈਂਡ ਹੁੰਦੀ ਆ, ਥਾਇਰਾਇਡ ਗ੍ਰੰਥੀ, ਜੋ ਕਿ ਉਹ T3 T4 ਰਿਲੀਜ਼ ਕਰਦੀਆਂ ਨੇ, ਉਹ ਆਪਣੀ ਬੋਡੀ ਦੇ ਅੰਦਰ ਅਗਲੇ ਫੰਕਸ਼ਨ ਕਰਦੀਆਂ ਨੇ। ਬੋਡੀ ਦਾ ਗਰੋਥ ਹੋਣਾ ਜਾਂ ਘਟਣਾ ਵਧਣਾ, ਇਹਨਾਂ 'ਤੇ ਮੈਟਾਬੋਲਿਜ਼ਮ ਜੋ ਕਿਰਿਆ ਹੈ ਆਪਣੀਆਂ, ਇਹਨਾਂ 'ਤੇ ਕੰਟਰੋਲ
ਥਾਇਰਾਇਡ ਕਰਦਾ ਹੈ। ਇਹ ਥਾਇਰਾਇਡ ਮੇਨ ਹਾਰਮੋਨਸ ਹੈ, ਇਹਦੇ ਅੰਦਰ ਇਹਨੂੰ ਥਾਇਰਾਇਡ ਪ੍ਰੋਫਾਈਲ ਕਹਿੰਦੇ ਨੇ। T3 T4 ਔਰ TSH ਆ ਮੇਨ ਹੁੰਦਾ ਹੈ। ਕਈ ਵਾਰ ਡਾਕਟਰ TSH ਵੀ ਕਰਵਾ ਲੈਂਦੇ ਨੇ, T3 T4 ਛੱਡ ਦਿੰਦੇ ਨੇ, ਉਸ ਤੋਂ ਹੀ ਲਗਾ ਲੈਂਦੇ ਨੇ ਵੀ ਤੇਰਾ ਥਾਇਰਾਇਡ ਹੈ ਜਾਂ ਫਿਰ ਅਗਰ ਇਸ ਵਿੱਚ ਵੀ ਨਾ ਸਮਝ ਆਏ ਵੀ ਨਹੀਂ ਹੈ, ਫਿਰ FT3 FT4 ਯਾਨੀ ਫ੍ਰੀ ਥਾਇਰਾਇਡਸ, ਅੱਛਾ ਜੀ, ਫਿਰ ਉਹ ਟੈਸਟ ਲਗਵਾਉਂਦੇ ਨੇ। ਨਹੀਂ ਉਹ ਵੀ ਥਾਇਰਾਇਡ ਦੇ ਨਾਲ ਸੰਬੰਧ? ਹਾਂ, ਉਹ ਵੀ ਥਾਇਰਾਇਡ ਦੇ ਨੇ। ਅੱਛਾ, ਉਹ ਇਸ ਤੋਂ ਬਾਅਦ ਹੁੰਦਾ ਹੈ? ਇਸ ਤੋਂ ਬਾਅਦ ਜੇ ਇਸ ਤੋਂ ਸਮਝ ਨਾ ਲੱਗੇ। ਹਾਂ, ਜੇ ਫਿਰ ਕਿਸੇ ਦਾ ਜ਼ਿਆਦਾ ਲੈਵਲ ਰਹਿੰਦਾ ਫਿਰ ਇੱਕ TP ਹੁੰਦਾ, ਥਾਇਰਾਇਡ ਪ੍ਰੋਕਸੀਡੇਜ਼ ਟੈਸਟ ਹੁੰਦਾ ਹੈ, TPO ਟੈਸਟ ਵੀ ਲਗਵਾਉਂਦੇ ਨੇ। ਯਾਨੀ ਕਿ ਇਹਨਾਂ ਦੀ ਅਲੱਗ-ਅਲੱਗ ਸਟੇਜ, ਫਿਰ ਉਹ ਡਾਕਟਰ ਆਪਣੀ ਸਮਝ ਨਾਲ ਅਲੱਗ-ਅਲੱਗ ਟੈਸਟ ਕਰਵਾਉਂਦਾ ਇਹਨਾਂ ਤੋਂ। ਅੱਛਾ, ਜਿਵੇਂ ਇਹ ਟੈਸਟ ਹੋ ਗਏ ਆਪਣਾ ਮਤਲਬ ਬਲੱਡ ਬਾਰੇ ਆਪਨੇ ਦੱਸਿਆ, ਜਾਂ ਫਿਰ ਇਹ ਵੀ ਬਲੱਡ ਦਾ ਹੀ ਹੋ ਗਿਆ ਜਿਹੜਾ ਕਿ ਥਾਇਰਾਇਡ ਦੇ ਨਾਲ ਬਲੱਡ ਹੈ। ਤੇ ਪਿਸ਼ਾਬ ਦੇ ਨਾਲ ਸੰਬੰਧਿਤ ਕਿਹੜਾ ਆਪਣਾ ਮੇਨ ਟੈਸਟ ਜਿਹੜਾ ਕਿ ਹਰ ਬੰਦੇ ਨੂੰ ਕਰਾਉਣਾ ਚਾਹੀਦਾ, ਧਿਆਨ ਦੇਣਾ ਚਾਹੀਦਾ? ਯੂਰਿਨ ਰੂਟੀਨ ਟੈਸਟ ਹੈ। ਯੂਰਿਨ ਰੂਟੀਨ ਜਦੋਂ ਟੈਸਟ ਕਰਦੇ ਮਤਲਬ ਕੋਈ ਆਮ ਕੋਈ ਅਨਪੜ੍ਹ ਬੰਦਾ ਆ ਕੇ ਟੈਸਟ ਕਰਾਉਣਾ ਚਾਹੇ ਜੀ, ਉਹ ਕਹਿ ਸਕਦਾ ਵੀ ਮੈਨੂੰ ਮੇਰਾ ਯੂਰਿਨ ਰੂਟੀਨ ਕਰੋ? ਨਹੀਂ, ਉਹਨੂੰ ਤਾਂ ਪਤਾ ਯੂਰਿਨ ਦਾ ਪਤਾ ਨਹੀਂ ਗਿਆ, ਉਹ ਸਿਰਫ ਪਿਸ਼ਾਬ ਅਨਪੜ੍ਹ ਬੰਦਾ ਨੂੰ ਕੀ ਕਹਿਣਾ, ਪਿਸ਼ਾਬ ਟੈਸਟ ਉਹ ਤਾਂ ਜ਼ਿਆਦਾ ਆ ਕਹੂਗਾ ਬਾਥਰੂਮ ਦਾ ਟੈਸਟ, ਬਾਥਰੂਮ ਦਾ ਮੇਰਾ ਟੈਸਟ ਕਰ ਦਿਓ। ਅੱਛਾ, ਉਹ ਫਿਰ ਉਹ ਐਂ ਆਖੂਗਾ ਕਿ ਇਹਦੇ 'ਚ ਦੇਖ ਲਓ ਕਿ ਰੇਸ਼ਾ ਰੂਸ਼ਾ ਤਾਂ ਨਹੀਂ ਆ, ਮੈਨੂੰ ਪਿਸ਼ਾਬ 'ਚ ਜਲਨ ਹੁੰਦੀ ਆ। ਜਲਨ ਉਦੋਂ ਵੀ ਹੁੰਦੀ ਹੈ ਜਦੋਂ ਰੇਸ਼ਾ ਹੋਵੇ ਪਿਸ਼ਾਬ 'ਚ, ਯਾਨੀ ਪਸ ਸੈੱਲ ਆ ਜਾਣ, ਫਿਰ ਜਲਨ ਹੁੰਦੀ ਆ। ਜਾਂ ਕੋਈ ਘੱਟ ਪਾਣੀ ਪੀਂਦਾ ਹੈ, ਹਾਂ, ਫਿਰ ਵੀ ਜਲਨ ਸ਼ੁਰੂ ਹੋ ਜਾਂਦੀ ਆ। ਅੱਛਾ, ਇਹ ਵੀ ਰੀਜ਼ਨ ਹੁੰਦਾ। ਤੇ ਉਸ ਦੇ ਵਿੱਚ ਜਦੋਂ ਚੈੱਕ ਕਰਦੇ ਆ ਤਾਂ ਇਸ ਦੇ ਵਿੱਚ ਇੱਕ ਫਿਜ਼ੀਕਲ ਐਗਜ਼ਾਮੀਨੇਸ਼ਨ ਹੁੰਦਾ ਹੈ, ਇੱਕ ਕੈਮੀਕਲ ਐਗਜ਼ਾਮੀਨੇਸ਼ਨ ਹੁੰਦਾ, ਇੱਕ ਮਾਈਕਰੋਸਕੋਪਿਕ। ਫਿਜ਼ੀਕਲ 'ਚ ਤਾਂ ਦੇਖਦੇ ਨੇ ਵੀ ਕਿੰਨਾ ਵੋਲਿਊਮ ਹੈ, ਸਾਨੂੰ ਕਿਵੇਂ ਦਾ ਦਿਖਾਈ ਦਿੰਦਾ ਹੈ। ਤੇ ਕੈਮੀਕਲ 'ਚ ਅਸੀਂ ਇਸ ਵਿੱਚ ਪ੍ਰੋਟੀਨ ਐਲਬੂਮ ਚੈੱਕ ਕਰਦੇ ਨੇ ਤੇ ਉਸ ਦੀ ਸ਼ੂਗਰ ਚੈੱਕ ਕਰਦੇ ਨੇ। ਤੇ ਮਾਈਕਰੋਸਕੋਪੀ 'ਚ ਮਤਲਬ ਕਿ ਪਿਸ਼ਾਬ ਦੇ ਵਿੱਚ ਪ੍ਰੋਟੀਨ ਜਿਹੜਾ ਹੈ ਉਹਦੀ ਕੋਈ ਨਿਸ਼ਚਿਤ ਮਾਤਰਾ ਵੀ ਆਉਣਾ ਨਹੀਂ ਚਾਹੀਦਾ, ਜ਼ੀਰੋ ਹੋਣਾ ਚਾਹੀਦਾ। ਹਾਂ, ਨੀਲ ਹੋਣਾ ਚਾਹੀਦਾ। ਜੇ ਉਹ ਆ ਜਾਂਦਾ ਹੈ ਤਾਂ ਆਪਣਾ ਵੀ ਉਹਨੂੰ ਕੋਈ ਹੈ, ਕੁਝ ਤਾਂ ਕੋਈ ਖਰਾਬੀ ਹੈ। ਕੋਈ ਖਤਰਨਾਕ ਖਰਾਬੀ ਕੀ ਹੋ ਸਕਦੀ ਹੈ? ਇਹਦੇ ਪ੍ਰੋਟੀਨ ਆਉਣ ਦਾ ਹੈਵੀ ਐਕਸਰਸਾਈਜ਼, ਅਗਰ ਤੁਸੀਂ ਜ਼ਿਆਦਾ ਐਕਸਰਸਾਈਜ਼ ਕਰੀ ਹੈ ਪ੍ਰੋਟੀਨ ਫਿਰ ਵੀ ਆ ਜਾਂਦਾ ਪਿਸ਼ਾਬ 'ਚ। ਅਗਰ ਹਾਈ ਫੀਵਰ, ਤੁਹਾਨੂੰ ਤੇਜ਼ ਬੁਖਾਰ ਹੈ, ਪ੍ਰੋਟੀਨ ਫਿਰ ਵੀ ਆ ਜਾਣਾ। ਹਾਈ ਪ੍ਰੋਟੀਨ ਡਾਈਟ, ਅਗਰ ਤੁਸੀਂ ਪ੍ਰੋਟੀਨ ਡਾਈਟ ਜ਼ਿਆਦਾ ਲੈ ਰਹੇ ਹੋ ਫਿਰ ਵੀ ਤੁਹਾਨੂੰ ਪ੍ਰੋਟੀਨ ਉਸ ਵਿੱਚ ਆ ਜਾਣਾ, ਪ੍ਰੋਟੀਨ ਆ ਜਾਂਦਾ ਹੈ। ਅੱਛਾ, ਗੁਰਦਿਆਂ ਨਾਲ ਵੀ ਸੰਬੰਧ ਹੈ ਕੋਈ ਦਾ ਪ੍ਰੋਟੀਨ ਆਉਣ ਦੇ? ਤਾਂ ਮੇਨ ਹੈ, ਇੱਕ ਛੰਨਣੀ ਦਾ ਕੰਮ ਕਰਦੇ ਆ। ਅੱਛਾ, ਇਹ ਸਾਰੇ ਚੀਜ਼ਾਂ ਨੂੰ ਜਿਹੜੇ ਟੌਕਸਿਕ ਸਬਸਟੈਂਸ ਨੇ, ਯਾਨੀ ਕਿ ਆਪਣੇ ਸਰੀਰ ਅੰਦਰ ਜਿੰਨੇ ਵੀ ਜ਼ਹਿਰੀਲੇ ਤੱਤ ਬਣਦੇ ਨੇ ਉਹਨਾਂ ਨੂੰ ਛਾਣ ਕੇ ਬਾਹਰ ਕੱਢਦੇ ਨੇ। ਤੇ ਉਸ ਦੇ ਵਿੱਚ ਫਿਰ ਅਗਰ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਤੇ ਨੇ ਉਹ ਸਰੀਰ ਨੂੰ ਜਿੰਨੀ ਚਾਹੀਦੀ ਉਨੀ ਰੱਖਣੀ ਹੈ, ਬਾਕੀ ਨੇ ਬਾਹਰ ਕੱਢਣੀ ਹੈ। ਬਾਹਰ ਕੱਢ ਦੇਣੀਆਂ ਨੇ। ਨਹੀਂ, ਲੋੜ ਤੋਂ ਵੱਧ ਜੇ ਕਿਤੇ ਬਾਹਰ ਆਉਂਦੀ ਹੋਵੇ ਉਹ ਆਪਣਾ ਫਿਰ ਅਗਰ ਵੈਸੇ ਲੱਗੀ ਆਉਣ ਵੀ ਮਤਲਬ, ਫਿਰ ਤਾਂ ਮੈਂ ਤੁਹਾਨੂੰ ਕਿਹਾ ਵੀ ਹੈਵੀ ਐਕਸਰਸਾਈਜ਼, ਹੈਵੀ ਪ੍ਰੋਟੀਨ ਡਾਈਟ, ਹੈਵੀ ਫੀਵਰ, ਇਹਨਾਂ ਕਰਕੇ ਵੀ ਇਹ ਆ ਜਾਂਦਾ ਹੈ। ਮੇਰਾ ਕਹਿਣ ਦਾ ਮਤਲਬ ਹੈ ਵੀ ਜੇ ਕਿਤੇ ਪ੍ਰੋਟੀਨ ਜ਼ਿਆਦਾ ਕਿਸੇ ਨੂੰ ਆਉਂਦਾ ਹੋਵੇ ਤਾਂ ਉਹਦੇ ਵਿੱਚ ਇੱਕ ਕਾਰਨ ਇਹ ਵੀ ਹੋ ਸਕਦਾ ਆਪਣਾ ਵੀ ਉਹਦੇ ਜਿਹੜੀ ਕਿਡਨੀ ਹੈ ਜਿਹੜੀ ਉਹ ਕਮਜ਼ੋਰ ਹੋ ਚੁੱਕੀ ਹੈ। ਹਾਂਜੀ, ਕਿਡਨੀ ਦੀ ਜੇ ਛਾਣ ਦੀ ਖਮਤਾ ਹੈ ਨਾ, ਉਹ ਕੁਝ ਗੜਬੜਾ ਗਈ ਹੈ ਉਸਦੇ। ਅੱਛਾ, ਇਹਦੇ ਵਿੱਚ ਨੈਫਰੋਨਸ ਹੁੰਦੇ ਨੇ, ਨੈਫਰੋਨ 'ਚ ਕਿਤੇ ਗੜਬੜੀ ਹੈ। ਤੇ ਪਿਸ਼ਾਬ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਚੀਜ਼ ਹੈ ਆਪਣਾ ਵੀ ਜਿਹੜਾ ਕਿ ਉਹ ਆਪਣੇ ਪਸ ਸੈੱਲ ਕਿਸੇ ਨੂੰ ਜ਼ਿਆਦਾ ਆ ਜਾਂਦੇ ਨੇ, ਐਪੀਥੀਲੀਅਲ ਸੈੱਲ ਜਿਹੜੇ ਉਹ ਜ਼ਿਆਦਾ ਆ ਜਾਂਦੇ ਨੇ, ਉਹਨਾਂ ਦਾ ਕਾਰਨ ਕੀ ਹੈ? ਐਪੀਥੀਲੀਅਲ ਸੈੱਲ ਨਾਲ ਤੇ ਟਰੈਕ ਬਣਿਆ ਹੁੰਦਾ ਹੈ। ਅੱਛਾ ਜੀ, ਜੋ ਵੀ ਆਪਣਾ ਇਹ ਟਰੈਕ ਹੈ, ਕਿਡਨੀ, ਉਰੇਟਰ, ਬਲੈਡਰ ਔਰ ਉਰੇਥਰਾ, ਇਹ ਇਸ ਦੇ ਨਾਲ ਬਣਿਆ ਹੈ। ਅੱਛਾ, ਉਹ ਟੁੱਟ ਕੇ ਆ ਸਕਦੇ ਨੇ ਵਿੱਚ। ਅੱਛਾ, ਪਸ ਸੈੱਲ ਮਤਲਬ ਉਹਨੂੰ ਇਨਫੈਕਸ਼ਨ ਹੋਈ ਹੈ ਅੰਦਰ, ਵੀ ਅੰਦਰ ਕਿਤੇ ਉਹਦੇ ਇਨਫੈਕਸ਼ਨ ਹੋਈ, ਉਹ ਗੁਰਦੇ 'ਚ ਹੋ ਸਕਦੀ ਹੈ ਜਾਂ ਯੂਰਿਨ ਬਲੈਡਰ 'ਚ ਹੋ ਸਕਦੀ ਹੈ, ਕਿਤੇ ਵੀ ਹੋ ਸਕਦੀ ਹੈ। ਉਹਦੇ ਵੀ ਹੋਈ ਹੈ ਇਨਫੈਕਸ਼ਨ, ਤੇ ਉਸ ਕਰਕੇ ਬੰਦੇ ਨੂੰ ਬੁਖਾਰ ਵੀ ਆ ਸਕਦਾ ਉਸਦਾ, ਜਾਂ ਪਿਸ਼ਾਬ 'ਚ ਜਲਨ ਹੋਣੀ ਹੈ, ਉਹ ਕਾਰਨ ਹੁੰਦੇ। ਜੇ ਕਿਸੇ ਨੂੰ ਕੋਈ ਵੀ ਖਰਾਬੀ ਨਾ ਹੋਵੇ ਆਪਣਾ ਮਤਲਬ ਜਿਹੜੇ ਪਸ ਸੈੱਲ ਨੇ ਘੱਟੋ ਘੱਟ 1 ਸਾਲ ਤੋਂ ਉਹਦੇ ਚੱਲਦੇ ਆ ਰਹੇ ਨੇ, ਆਪਣਾ ਇਹਨੂੰ ਆਪਾਂ ਕੀ ਮੰਨਾਂਗੇ? ਉਹਨੂੰ ਫਿਰ ਜਾਂ ਤਾਂ ਉਹਦੇ ਅਲਟਰਾਸਾਊਂਡ ਕਰਵਾਓ। ਅੱਛਾ, ਹੈ, ਜਾਂ ਫਿਰ ਜੋ ਤੁਸੀਂ ਟ੍ਰੀਟਮੈਂਟ ਦੇ ਰਹੇ ਹੋ, ਮਤਲਬ ਦਿੰਦੇ ਹੋ ਟ੍ਰੀਟਮੈਂਟ, ਡਾਕਟਰ ਸਾਹਿਬ ਲਿਖਦੇ ਨੇ ਜੋ ਟ੍ਰੀਟਮੈਂਟ ਉਹਨਾਂ ਨੂੰ, ਜੋ ਵੀ ਐਂਟੀਬਾਇਓਟਿਕ, ਤੇ ਉਹ ਵੀ ਸੈਂਸਿਟਿਵ ਹੈ, ਉਹ ਸੈਂਸਿਟਿਵ ਨਹੀਂ ਹੈ, ਰੇਜ਼ਿਸਟੈਂਸ ਹੋ ਚੁੱਕੀ ਹੈ, ਤੇ ਉਸ ਦੇ ਲਈ ਫਿਰ ਯੂਰਿਨ ਕਲਚਰ ਟੈਸਟ ਕਰਵਾਉਣਾ ਪੈਂਦਾ ਹੈ। ਅੱਛਾ, ਹਾਂ, ਫਿਰ ਉਸ ਦੇ ਸਾथ ਔਰ ਇੱਕ ਅਲਟਰਾਸਾਊਂਡ ਵੀ ਕਰਵਾ ਕੇ ਦੇਖਣੀ ਪੈਂਦੀ ਹੈ ਕੋਈ ਹੋਰ ਖਰਾਬੀ ਤਾਂ ਨਹੀਂ ਹੈ। ਆਪਾਂ ਨੂੰ ਦਵਾਈਆਂ ਦੇ ਰਹੇ ਹਾਂ ਵੀ ਕਿਤੇ ਹੋਰ ਖਰਾਬੀ ਅਲਟਰਾਸਾਊਂਡ 'ਚ ਆ ਜਾਂਦਾ ਹੈ। ਅਲਟਰਾਸਾਊਂਡ ਵੀ ਕਰਵਾ ਲੈਂਦੇ ਨੇ, ਕਈ CT ਸਕੈਨ ਵੀ ਕਰਵਾ ਲੈਂਦੇ ਨੇ, ਕਈ
ਕਈ ਵਾਰ ਕਿਸੇ ਦੇ ਸਟੋਨ ਹੁੰਦੀ ਹੈ, ਉਹਦੇ ਨਾਲ ਵੀ ਜਿਹੜਾ ਪਸਲ ਆ ਜਾਂਦੇ ਨੇ। ਅੱਛਾ, ਉਹਦੇ ਨਾਲ। ਤੇ ਇਹ ਜਿਹੜਾ ਅਲਟਰਾਸਾਊਂਡ ਹੈ, ਇਹ ਮੰਨ ਲਓ ਕਿਸੇ ਨੂੰ ਪਸ ਸੈੱਲ ਆਉਂਦੇ ਨੇ, ਐਪੀਥੀਲੀਅਲ ਸੈੱਲ ਆ ਜਾਂਦੇ ਨੇ, ਉਹ ਅਲਟਰਾਸਾਊਂਡ ਕਰਾਉਣਾ ਚਾਹੁੰਦਾ, ਆਪਣਾ ਆਮ ਬੰਦਾ ਕਰਾਉਣਾ ਚਾਹੁੰਦਾ ਹੈ ਜਾ ਕੇ ਕਿਤੇ ਬਿਨਾਂ ਕਿਸੇ ਡਾਕਟਰ ਤੋਂ, ਤਾਂ ਜਦੋਂ ਇਸ ਤਰ੍ਹਾਂ ਕੋਈ ਜਾ ਕੇ ਅਲਟਰਾਸਾਊਂਡ ਸੈਂਟਰ ਦੇ ਵਿੱਚ ਬੰਦਾ ਜਾਂਦਾ, ਉਹ ਕੀ ਕਹੂਗਾ ਆਪਣਾ, ਮੇਰਾ ਕਿਹੜਾ ਅਲਟਰਾਸਾਊਂਡ ਕਰ ਲਓ? ਉਸ ਦੇ ਲਈ ਤਾਂ ਸਿੰਪਲੀ ਇਹ ਕਹੂਗਾ ਵੀ ਮੇਰਾ ਪੇਟ ਦਾ ਅਲਟਰਾਸਾਊਂਡ ਕਰ, ਪੇਟ ਦਾ ਕਰ ਦਿਓ। ਪੇਟ ਤੋਂ ਇਲਾਵਾ ਕੋਈ ਹੋਰ ਵੀ ਹੁੰਦਾ? ਪੇਟ 'ਚ ਜਦੋਂ ਅਲਟਰਾਸਾਊਂਡ ਕਰਦੇ ਨੇ ਪੇਟ ਦਾ, ਤਾਂ ਉਸ ਦੇ ਵਿੱਚ ਜੋ ਅਲਟਰਾਸਾਊਂਡ ਡਾਕਟਰ ਹੁੰਦੇ ਨੇ ਉਹ ਲੀਵਰ ਦਾ, ਤੇ ਕਿਡਨੀਆਂ ਦਾ, ਅੱਛਾ, ਤੇ ਆਪਣਾ ਪੈਨਕ੍ਰੀਆਜ਼, ਅੱਛਾ ਹੈ, ਤੇ ਸਪਲੀਨ, ਯੂਰਿਨ ਬਲੈਡਰ, ਇਹਨਾਂ ਦਾ ਸਾਰਿਆਂ ਦਾ ਕਰ ਦਿੰਦਾ। ਇਹ ਸਾਰੇ ਆ ਜਾਂਦੇ ਨੇ, ਮਤਲਬ ਇਹ ਪੇਟ 'ਚ ਸਾਰੇ। ਬੰਦਿਆਂ ਦਾ ਪ੍ਰੋਸਟੇਟ ਗਲੈਂਡ ਦੇ ਨੇ, ਗਦੂਦ, ਉਹਨਾਂ ਦਾ ਵੀ ਆ ਜਾਂਦਾ ਵਿੱਚ। ਅੱਛਾ। ਤੇ ਇਹ ਜਿਹੜੇ ਆਪਣਾ ਪੇਟ ਦਾ ਆਪਾਂ ਕਹਿੰਦੇ ਆ, ਅੰਗਰੇਜ਼ੀ 'ਚ ਇਹਨੂੰ ਕੀ ਕਹਿ ਸਕਦੇ ਆਪਾਂ? ਹੋਲ ਐਬਡੋਮਨ। ਹਾਂਜੀ, ਹੋਲ ਐਬਡੋਮਨ ਅਲਟਰਾਸਾਊਂਡ। ਹੋਲ ਐਬਡੋਮਨ ਅਲਟਰਾਸਾਊਂਡ, ਇਹ ਸਾਰੇ ਪੇਟ ਦਾ। ਤੇ ਇਸ ਤੋਂ ਇਲਾਵਾ ਇੱਕ ਹਾਫ ਵੀ ਹੈ। ਫਿਰ ਉਹ ਤਾਂ ਪਾਰਟੀਕਲ ਉਹ ਦੱਸਿਆ ਜਾਂਦਾ, ਡਾਕਟਰ ਲਿਖਦਾ ਹੈ ਕਿ ਇਸਦਾ ਕਿਡਨੀ KU ਵੀ ਕਰਨਾ ਹੈ। ਅੱਛਾ, ਹੈ ਕਿਡਨੀ ਦਾ ਕਰਨਾ ਜਾਂ ਲੀਵਰ ਦਾ ਹੀ ਕਰਨਾ ਹੈ, ਜਾਂ ਸਪੈਸੀਫਿਕ ਵੀ ਇਹ ਚੀਜ਼ ਦੇਖਣੀ ਆਪਾਂ ਨੇ, ਵੀ ਇਹਦੇ ਗਦੂਦ ਹੀ ਦੇਖਣੇ ਆ। ਫਿਰ ਉਸ ਹਿਸਾਬ ਨਾਲ ਇਸ CT ਸਕੈਨ ਵੀ ਹੁੰਦੇ ਨੇ ਇਹਨਾਂ ਦੇ। CT ਸਕੈਨ ਵੀ ਹੋ ਜਾਂਦਾ ਇਹਨਾਂ ਦਾ। ਠੀਕ ਹੈ। ਤੇ ਇਸ ਤੋਂ ਇਲਾਵਾ ਅਗਲਾ ਜਿਹੜਾ ਆਪਣਾ ਇੱਕ ਹੋਰ ਟੈਸਟ ਆਪਣਾ, ਵੀ ਟੈਸਟਾਂ ਦੇ ਵਿੱਚ ਇਹ ਵੀ ਸ਼ਾਮਲ ਹੈ ਆਪਣਾ, ਵੀ ਜਿਹੜੇ ਬੰਦਿਆਂ ਨੂੰ ਤਪਦਿਕ ਦੀ ਬਿਮਾਰੀ ਹੁੰਦੀ ਹੈ, TB ਦੀ ਬਿਮਾਰੀ ਹੁੰਦੀ ਹੈ, ਉਹ ਆਪਣਾ ਬਲਗਮ ਟੈਸਟ ਕਰਾਉਂਦੇ ਨੇ ਜੀ। ਉਹਨਾਂ ਵਾਸਤੇ ਕੀ ਖਾਸ ਆਪਣਾ ਕੋਈ ਧਿਆਨ ਵਾਲੀ ਗੱਲ ਹੈ ਵੀ ਕਿਵੇਂ ਆਪਣਾ ਕਿੱਥੇ ਹੁੰਦਾ ਉਹ ਟੈਸਟ ਹੈ ਜਿਹੜਾ ਆਪਣਾ, ਵੀ ਜਾਂ ਆਮ ਕਿਤੇ ਵੀ ਹੁੰਦਾ? ਆਮ ਲੈਬਾਂ ਦੇ ਵੈਸੇ ਤੇ ਗਵਰਨਮੈਂਟ ਨੇ ਫ੍ਰੀ ਕਰ ਰੱਖਿਆ। ਅੱਛਾ, ਗਵਰਨਮੈਂਟ ਦੀ ਸਕੀਮਾਂ ਚੱਲੀਆਂ ਹੋਈਆਂ ਨੇ, ਉਹ ਫ੍ਰੀ ਕਰਕੇ ਦਿੰਦੇ ਨੇ ਜਿਹੜੇ ਬਲਗਮ ਟੈਸਟ ਹੈ। ਉਸ ਦੇ ਨਾਲ ਤੇ ਜਿਸ ਨੂੰ ਜੇ 15 ਦਿਨ ਤੋਂ ਪੁਰਾਣੀ ਖਾਂਸੀ ਹੈ, ਹਲਕਾ ਬੁਖਾਰ ਰਹਿੰਦਾ ਹੈ, weight ਘਟ ਰਿਹਾ ਹੈ, ਤੇ ਉਹਨਾਂ ਨੂੰ ਉਹ ਬਲਗਮ ਟੈਸਟ ਕਰਵਾ ਲੈਣਾ ਚਾਹੀਦਾ। ਉਸ ਦੇ ਵਿੱਚ ਉਹਦੇ ਵਿੱਚ ਆਪਣਾ ਬੈਕਟੀਰੀਆ ਦੇਖਿਆ ਜਾਂਦਾ ਹੈ। ਅੱਛਾ, ਵੇਸਲਾਈ ਬੈਕਟੀਰੀਆ ਹੁੰਦਾ, ਐਸਿਡ ਫਾਸਟ ਵੇਸਲਾਈ ਕਿਹਾ ਜਾਂਦਾ ਉਹਨੂੰ, ਜਿਹੜਾ ਕੀ ਹੁੰਦਾ, ਤੇ ਉਹ ZN ਸਟੇਨਿੰਗ ਕਰਕੇ ਲੈਬ 'ਚ ਉਸ ਨੂੰ ਦੇਖ ਕੇ ਉਹ ਦੱਸਦੇ ਨੇ ਵੀ ਇਹ ਰਿਪੋਰਟ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਅੱਜ ਕੱਲ੍ਹ ਆਮ ਜਿਹੜਾ ਟੈਸਟਾਂ ਦੇ ਵਿੱਚ ਹੈ, ESR ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਉਹ ਵੱਧ ਰਹਿੰਦਾ ਹੈ, ਤੇ ਉਹ ਹੁੰਦੇ ਤੰਦਰੁਸਤ ਨੇ, ਪਰ ਉਹ ਘਬਰਾ ਜਾਂਦੇ ਨੇ ਕਿਉਂਕਿ ਇੱਥੇ ਪਰਚੀ ਤੇ ਲਿਖਿਆ ਹੁੰਦਾ ਆਪਣਾ ਵੀ 20 ਹੋਣਾ ਚਾਹੀਦਾ, 30 ਹੋਣਾ ਚਾਹੀਦਾ, ਪਰ ਉਹਨਾਂ ਦਾ ਵੱਧ ਹੁੰਦਾ ਆਪਣਾ, ਕਿਸੇ ਦਾ 40 ਹੈ, 50% ਰਹਿੰਦਾ ਹੈ, ਕਿਉਂਕਿ ESR ਦੀ ਕੋਈ ਡਾਇਗਨੋਸਟਿਕ ਵੈਲਿਊ ਨਹੀਂ ਹੈ। ਅੱਛਾ, ਇਹਦੀ ਪ੍ਰੋ ਡਾਇਗਨੋਸਟਿਕ ਵੈਲਿਊ ਹੁੰਦੀ ਹੈ। ਇਹ ਕਿਸੇ ਵੀ ਟੈਸਟ ਦੇ ਰਿਲੇਟਿਡ ਲਾਇਆ ਜਾਂਦਾ। ਇਹਦੇ ਰੀਜ਼ਨ ਵੀ ਕਈ ਨੇ। ਐਨੀ ਸ਼ੌਕ, ਕਿਸੇ ਨੂੰ ਕੋਈ ਸ਼ੌਕ ਹੋ ਗਿਆ, ਧੱਕਾ ਲੱਗਿਆ, ਜਿਵੇਂ ਹੁਣ ਜ਼ਿਮੀਂਦਾਰ ਨੇ ਫਸਲ ਘੱਟ ਹੋ ਗਈ, ਉਹਨੂੰ ਕਹਿਣਾ ਯਾਰ ਮੇਰੀ ਤਾਂ ਫਸਲ ਘੱਟ ਹੋ ਗਈ, ਤਾਂ ਉਸ ਦਾ ਵੀ ESR ਕਹਿਣਾ। ਜਾਂ ਬੱਚਾ ਐਗਜ਼ਾਮ 'ਚ ਫੇਲ ਹੋ ਗਿਆ, ਕਿਸੇ ਨੂੰ ਵਪਾਰ 'ਚ ਘਾਟਾ ਪੈ ਗਿਆ, ਆ ਵੀ ਸ਼ੌਕ ਹੈ। ਜਾਂ ਫਿਰ ਕਿਸੇ ਨੂੰ ਕਿਡਨੀ ਡਿਜ਼ੀਜ਼ ਹੈ, ਨੈਫਰੈਟਿਕ ਸਿੰਡਰੋਮ ਹੈ, ਜਾਂ ਕ੍ਰੋਨਿਕ ਇਨਫੈਕਸ਼ਨ ਐਨੀਵੇਅਰ ਇਨ ਦਾ ਬੋਡੀ, ਕਿ ਕਿਤੇ ਵੀ ਪਾਰਟ 'ਚ ਆਪਾਂ ਨੂੰ ਇਨਫੈਕਸ਼ਨ ਹੈ, ਉਸ ਕਰਕੇ ਵੀ, ਜਾਂ ਡਿਊਰਿੰਗ ਪ੍ਰੈਗਨੈਂਸੀ, ਜਾਂ ਅਨੀਮੀਆ ਜਿਸ ਨੂੰ ਖੂਨ ਦੀ ਘਾਟ ਹੈ, ਉਸ ਕਰਕੇ ਵੀ। ਜਾਂ ਇਹ ਵੱਧ ਜਾਂਦਾ ਹੈ ਸਾਰੇ ਕਾਰਨ? ਇਹਨਾਂ ਦੇ ਕਾਰਨ ਵਧੇ, ਮਤਲਬ ਵੱਧ ਜਾਂਦਾ ਹੈ। ਹਾਂਜੀ, ਵੱਧਦਾ ਇਹਨਾਂ ਕਰਕੇ। ਵੀ ਆਮ ਤੌਰ ਤੇ ਲੋਕਾਂ ਨੂੰ ਇਹ ਡਰ ਹੁੰਦਾ ਵੀ ਮੈਨੂੰ ਕੋਈ ਇਨਫੈਕਸ਼ਨ ਹੋ ਗਿਆ ਇਸ ਕਰਕੇ ਵਧਿਆ ਆਪਣਾ, ਮਤਲਬ? ਹਾਂਜੀ, ਇਨਫੈਕਸ਼ਨ ਹੋ ਗਿਆ, ਮਗਰ ਇਨਫੈਕਸ਼ਨ ਕਰਕੇ ਨਹੀਂ, ਕਈ ਵਾਰ ਮੈਂ ਤੁਹਾਨੂੰ ਕਿਹਾ ਐਨੀਸ਼ੋ। ਅੱਛਾ, ਜਾਂ ਕਿਸੇ ਨੂੰ ਬੁਖਾਰ ਰਿਹਾ ਹੋਵੇ ਫਿਰ ਵੀ ਵੱਧ ਜੂਗਾ ਇਹ। ਅੱਛਾ, ਇਹ ਤਾਂ ਹੋ ਗਏ ਆਪਣੇ ਬਲੱਡ ਦੇ ਟੈਸਟ, ਜਿਵੇਂ ਆਪਣੇ ਮੂਤਰ ਦਾ ਜਿਹੜਾ ਹੈ ਆਪਣਾ, ਮਤਲਬ ਯੂਰਿਨ ਦਾ ਟੈਸਟ ਵੀ ਆਪਾਂ ਦੱਸਿਆ। ਹਾਂ, ਹੁਣ ਮਲ ਦਾ ਜਿਹੜਾ ਟੈਸਟ ਹੈ ਆਪਣਾ, ਮਤਲਬ ਉਹਦੀ ਕੀ ਇੰਪੋਰਟੈਂਸ ਹੈ ਆਪਣਾ, ਮਤਲਬ ਸਟੂਲ? ਉਹ ਜਿਵੇਂ ਕਿਸੇ ਨੂੰ ਡਾਇਰੀਆ ਹੋ ਜਾਣਾ, ਦਸਤ ਲੱਗਣਾ, ਤੇ ਉਸ ਕਰਕੇ ਫਿਰ ਉਹ ਕਰਵਾਇਆ ਜਾਂਦਾ ਸਟੂਲ ਵਿੱਚ। ਆਪਾਂ ਇਸ ਦੇ ਯਾਨੀ ਕਿ ਸਿੰਪਲ ਭਾਸ਼ਾ ਹੈ, ਕੀੜੇ ਦੇਖਦੇ ਹਾਂ, ਉਹਦੇ ਅੰਡੇ ਦੇਖਦੇ ਹਾਂ। ਇਹ ਵੀ ਕਈ ਤਰ੍ਹਾਂ ਦੇ, ਇਹਦੀ ਵੀ ਅੱਡ ਅੱਡ ਨੇ ਵੈਰਾਈਟੀਆਂ, ਇਹਨਾਂ ਦੀਆਂ ਵੀ ਅੱਡ ਅੱਡ ਤਰ੍ਹਾਂ ਦੇ ਹੁੰਦੇ ਨੇ ਕੀੜੇ ਆਪਣੇ, ਇਸ ਆਪਣੇ ਸਟੂਲ ਵਿੱਚ ਪਾਏ ਜਾਂਦੇ ਨੇ। ਤੇ ਸਟੂਲ ਵਿੱਚ ਸ਼ੂਗਰ ਵੀ ਚੈੱਕ ਕਰ ਲੈਂਦੇ ਨੇ, ਸਟੂਲ ਵਿੱਚ ਔਕਲ ਬਲੱਡ ਕਹਿੰਦੇ ਨੇ ਜਿਹਨੂੰ ਕਿ ਯਾਨੀ ਛੁਪਾ ਰਕਤ, ਯਾਨੀ ਛੁਪਾ ਖੂਨ, ਉਹ ਉਸ ਦਾ ਵੀ ਟੈਸਟ ਹੁੰਦਾ। ਰਿਡਿਊਸਿੰਗ ਸਬਸਟੈਂਸ ਯਾਨੀ ਕਿ ਸ਼ੂਗਰ ਦੀ ਮਾਤਰਾ ਵੀ ਇਹਦੇ ਵਿੱਚ ਆਪਾਂ ਸਟੂਲ 'ਚ ਦੇਖਦੇ ਹਾਂ। ਤੇ ਬਾਕੀ ਮਾਈਕਰੋਸਕੋਪ ਵਿੱਚ ਆਪਾਂ ਉਹ ਕੀੜਿਆਂ ਬਾਰੇ ਦੇਖਦੇ ਆ, ਉਹਨਾਂ ਦੇ ਓਵਾ ਜਾਂ ਸਿਸਟ ਕਿ ਹੈ ਕਿਹੜੇ ਆ, ਫਿਰ ਉਹ ਲਿਖਦੇ ਨੇ ਵੀ ਇਸ ਤਰ੍ਹਾਂ ਦਾ ਹੈ,
ਫੀਤਾਕਰਮੀ ਹੈ ਜਾਂ ਦੂਜਾ ਹੈ, ਕੋਈ ਵੀ ਹੈ, ਇਹਨਾਂ ਦੇ ਅੱਡ ਹੁੰਦੇ ਨੇ। ਸਟੂਲ ਦੇ ਨਾਲ ਜੁੜਿਆ ਹੋਇਆ ਕਿ ਆਪਣਾ ਸਟੂਲ ਕਲਚਰ ਵੀ ਕਹਿੰਦੇ ਨੇ ਆਪਣਾ, ਉਹ ਕਲਚਰ ਯਾਨੀ ਕਿ ਜਿਸ ਨੂੰ ਉਹ ਕਲਚਰ ਤੋਂ ਉਸ ਵੇਲੇ ਲਾਏ ਜਦੋਂ ਕੋਈ ਮੈਡੀਸਨ ਕੰਮ ਨਾ ਕਰੇ, ਜਦੋਂ ਮੈਡੀਸਨ ਕੰਮ ਨਹੀਂ ਕਰਦੀ, ਫਿਰ ਉਹ ਦੇਖਦੇ ਨੇ ਕਿ ਕਿਹੜੀ ਮੈਡੀਸਨ ਇਸ 'ਤੇ ਕੰਮ ਕਰੂਗੀ, ਫਿਰ ਉਹ ਸਟੂਲ ਕਲਚਰ ਸੈਂਸਿਟੀਵਿਟੀ ਟੈਸਟ ਲਵਾ ਕੇ ਦੇਖਦੇ ਨੇ। ਕਲਚਰ ਮਤਲਬ ਵੀ ਸਟੂਲ ਦੇ ਵਿੱਚ ਜਿਹੜੇ ਜੀਵਾਣੂ ਕੀਟਾਣੂ ਜਾਂ ਜੋ ਵੀ ਬਿਮਾਰੀ ਦਾ ਕਾਰਨ ਹੈ ਉਸ ਨੂੰ ਮਾਰਨ ਵਾਸਤੇ ਜਿਹੜੀ ਦਵਾਈ ਕੰਮ ਕਰ ਰਹੀ ਹੈ, ਐਂਟੀਬਾਇਓਟਿਕ ਵੱਧ ਕੰਮ ਕਰ ਰਹੀ ਹੈ, ਹਾਂਜੀ ਹਾਂਜੀ, ਉਹਨੂੰ ਸਿਲੈਕਟ ਕੀਤਾ ਜਾਂਦਾ। ਹਾਂ, ਉਹ ਡਾਕਟਰ ਫਿਰ ਰਿਕਮੈਂਡਡ ਕਰਦੇ ਨੇ ਵੀ ਤੁਸੀਂ ਆਹ ਡੋਜ਼, ਉਹ ਡਾਕਟਰ ਨੇ ਬਣਾਉਣੀ ਹੈ ਡੋਜ਼। ਅੱਛਾ ਅੱਛਾ। ਤੇ ਲੈਬ ਟੈਕਨੀਸ਼ੀਅਨ ਨੇ ਡੋਜ਼ ਨੂੰ ਬਣਾ, ਲੈਬ ਟੈਕਨੀਸ਼ੀਅਨ ਤਾਂ ਡਾਕਟਰ ਨੇ ਜੋ ਲਿਖਿਆ ਹੈ ਹਾਂ ਹਾਂ ਉਹ ਆਪਣੇ ਟੈਸਟ ਕਰੇ ਇਮਾਨਦਾਰ, ਔਰ ਉਹ ਟੈਸਟ ਨੂੰ ਦੇਤੇ, ਉਹ ਡਾਕਟਰ ਨੇ ਉਹ ਟੈਸਟ ਦੇਖ ਕੇ ਫਿਰ ਉਹਨੇ ਡਿਸੀਜਨ ਲੈਣਾ ਵੀ ਇਹਨੂੰ ਕੀ ਰੋਗ ਹੋ ਸਕਦਾ ਹੈ, ਫਿਰ ਉਸ ਦੇ ਹਿਸਾਬ ਨਾਲ ਉਸ ਰੋਗ ਦੇ ਨਿਦਾਨ ਲਈ ਉਹਨੇ ਉਹਨੂੰ ਮੈਡੀਸਨ ਲਿਖਣੀ ਆ। ਤੇ ਡਾਕਟਰ ਦੀ ਵੀ ਕਈ ਵਾਰੀ ਜਿਹੜੀ ਹੈ ਬੰਦਾ ਕਨਫਿਊਜ਼ ਹੋ ਜਾਂਦਾ ਹੈ, ਜਿਵੇਂ ਕਿ ਆਪਨੇ ਹੁਣ ਪਿੱਛੇ ਆਪਾਂ ਨੇ ਗੱਲ ਕਰੀ ਸੀ ਅਲਟਰਾਸਾਊਂਡ ਬਾਰੇ, ਵੀ ਅਲਟਰਾਸਾਊਂਡ ਕਰਵਾਇਆ ਜਾਵੇ, ਹੋਲ ਬੋਡੀ ਐਬਡੋਮਨ ਆਪਣਾ ਟੈਸਟ ਜਿਹੜਾ ਦੱਸਿਆ ਆਪਨੇ, ਵੀ ਇਹਦੇ ਵਿੱਚ ਲੀਵਰ ਵੀ ਟੈਸਟ ਹੁੰਦਾ ਆਪਣਾ, ਇਹਦੇ ਵਿੱਚ ਆਪਣਾ ਜਿਹੜਾ ਹੈ ਉਹ ਗੁਰਦੇ ਵੀ ਆ ਗਏ, ਪੈਂਕਰੀਆਜ ਵੀ ਹੋ ਜਾਂਦੀ ਹੈ, ਗੁਰਦੇ ਵੀ ਹੋ ਜਾਂਦੇ ਨੇ, ਹੋਰ ਵੀ ਜਿਹੜਾ ਆਪਣਾ ਸਪਲੀਨ ਵਗੈਰਾ ਹੈ, ਹਾਂ ਇਹ ਸਾਰੇ ਜਿਹੜੇ ਅੰਗ ਨੇ ਉਹਦੇ ਵਿੱਚ ਉਹ ਟੈਸਟ ਹੁੰਦੇ ਨੇ। ਚਲੋ ਇਹ ਸਾਰੇ ਟੈਸਟ ਹੋ ਜਾਂਦੇ ਨੇ ਜੀ। ਉਸ ਤੋਂ ਬਾਅਦ ਅਲਟਰਾਸਾਊਂਡ ਵਾਲੇ ਰਿਪੋਰਟ ਲਿਖਦੇ ਨੇ ਆਪਣਾ ਵੀ ਹਾਂ ਇਹਦਾ ਕਿਹੜਾ ਅੰਗ ਕਿਵੇਂ ਹੈ, ਕਿਹੜਾ ਨਾਰਮਲ ਹੈ, ਕਿਹੜਾ ਕੋਈ ਵੱਧਦਾ ਹੈ, ਗਾਲ ਬਲੈਡਰ ਹੈ, ਜਿਵੇਂ ਕਿਸੇ ਨੂੰ ਪਿੱਤੇ ਦੀ ਪੱਥਰੀ ਹੁੰਦੀ ਆ ਉਹ ਵੀ ਇਸ ਵਿੱਚ ਆ ਜਾਂਦੀ ਆ। ਹਾਂ ਚਲੋ ਇਹ ਸਭ ਕੁਝ ਲਿਖਿਆ ਗਿਆ, ਅਲਟਰਾਸਾਊਂਡ ਹੋ ਗਿਆ, ਜੀ। ਤਾਂ ਫਿਰ ਜਿਹੜਾ ਪੇਸ਼ੈਂਟ ਹੈ ਉਸ ਤੋਂ ਬਾਅਦ ਉਹ ਚੋਣ ਕਿਵੇਂ ਕਰੇ ਡਾਕਟਰ ਦੀ, ਮੈਂ ਕਿੱਥੇ ਜਾਵਾਂ? ਜੇ ਤਾਂ ਹੈ ਉਹਨੂੰ ਵੈਸੇ ਜਿਹੜੀ ਪੇਟ ਦੀ ਬਿਮਾਰੀ ਹੈ ਨਾ, ਜੇ ਤਾਂ ਗੁਰਦਿਆਂ ਦੀ ਬਿਮਾਰੀ ਹੈ ਹੈ ਤਾਂ ਉਹਨੂੰ ਤਾਂ ਨੈਫਰੋਲੋਜਿਸਟ ਹੁੰਦੇ ਨੇ ਜਿਹੜੇ ਗੁਰਦਿਆਂ ਦੇ ਡਾਕਟਰ ਹੁੰਦੇ, ਉਹਨਾਂ ਕੋਲੇ ਜਾਣਾ ਹੈ। ਹਾਂ, ਜਿਸ ਨੂੰ ਕਿਵੇਂ ਪਿੱਤੇ ਦੀ ਪੱਥਰੀ ਹੋ ਗਈ ਜਾਂ ਲੀਵਰ 'ਚ ਆਪਣੇ 'ਚ ਕੋਈ ਪ੍ਰੋਬਲਮ ਆ ਗਈ, ਉਹਨੂੰ ਗੈਸਟਰੋਲੋਜਿਸਟ ਨੇ, ਜਾਂ ਆਂਤੜੀਆਂ 'ਚ ਕੋਈ ਪ੍ਰੋਬਲਮ ਹੈ ਉਹ ਗੈਸਟਰੋਲੋਜਿਸਟ ਹੋ ਗਏ। ਮਤਲਬ ਲੀਵਰ ਦੀ, ਪਿੱਤੇ ਦੀ, ਅੰਤੜੀਆਂ ਦੀ ਕੋਈ ਵੀ ਜਿਹੜੀ ਸਮੱਸਿਆ ਉਸ 'ਚ ਆ ਗਈ ਅਲਟਰਾਸਾਊਂਡ ਡਾਕਟਰ ਨੇ, ਤਾਂ ਉਹ ਗੈਸਟਰੋਲੋਜਿਸਟ ਕੋਲੇ ਮਿਲ ਜਾਊਗਾ। ਇਹਨੂੰ ਪੰਜਾਬੀ 'ਚ ਕੀ ਕਹਾਂਗੇ ਆਪਾਂ? ਪੇਟ ਦੇ ਬਿਮਾਰੀਆਂ ਦਾ ਡਾਕਟਰ। ਪੇਟ ਦੇ ਬਿਮਾਰੀਆਂ ਦਾ ਡਾਕਟਰ, ਇਹ ਅਲੱਗ ਹੁੰਦੇ ਨੇ? ਅਲੱਗ ਹੁੰਦੇ ਨੇ। ਅੱਛਾ, ਜੇ ਮੰਨ ਲਓ ਉਹਨੂੰ ਜਿਹੜੀ ਉਹ ਪਿਸ਼ਾਬ ਦੀ ਜਿਹੜਾ ਆਪਣਾ ਉਹਦਾ ਇੱਕ ਥੈਲੀ ਹੈ ਵੀ ਉਹਦੇ ਵਿੱਚ ਕੋਈ ਖਰਾਬੀ ਹੋਵੇ, ਉਹ ਤਾਂ ਫਿਰ ਆਪਣੇ ਗੁਰਦਿਆਂ ਦੇ ਸਪੈਸ਼ਲੀ ਡਾਕਟਰ ਹੋ ਗਏ ਨਾ, ਉਹਨਾਂ ਦੇ ਯੂਰੋਲੋਜਿਸਟ। ਹਾਂ, ਯੂਰੋਲੋਜਿਸਟ ਜਾਂ ਨੈਫਰੋਲੋਜਿਸਟ। ਅੱਛਾ ਅੱਛਾ। ਤੇ ਜਿਵੇਂ ਇੱਕ ਅਲਟਰਾਸਾਊਂਡ ਹੈ ਆਪਣਾ, ਮਤਲਬ ਵੀ ਜੋ ਅਲਟਰਾਸਾਊਂਡ ਕਰਦੇ ਨੇ ਉਹ ਨਹੀਂ ਡਿਸਾਈਡ ਕਰਦੇ ਵੀ ਤੁਹਾਨੂੰ ਇਹ ਡਾਕਟਰ ਕੋਲ ਜਾਣਾ ਚਾਹੀਦਾ? ਨਹੀਂ, ਉਹ ਨਹੀਂ ਦੱਸਣਗੇ, ਜਿਵੇਂ ਅਸੀਂ ਲੈਬ ਵਾਲੇ ਵੀ ਨਹੀਂ ਦੱਸਦੇ। ਅੱਛਾ। ਵੀ ਅਸੀਂ ਅਸੀਂ ਤਾਂ ਇਹ ਕਹਿੰਦੇ ਨੇ ਵੀ ਚੰਗੇ ਡਾਕਟਰ ਕੋਲ ਜਾਓ, ਕਿਸੇ MD ਕੋਲੇ ਜਾਓ ਜਾਂ MBBS MD। ਨਹੀਂ ਉਹ ਗੱਲ ਨਹੀਂ ਗੀ, ਜਿਹੜੇ ਡਾਕਟਰ ਨੇ ਆਪਣਾ MBBS MD, ਮੇਰਾ ਇੱਥੇ ਮਤਲਬ ਇਹ ਹੈ ਵੀ ਉਹ ਕਿਹੜੀ ਕੈਟਾਗਰੀ ਵਾਲੇ ਡਾਕਟਰ ਕੋਲੇ ਜਾਣ। ਜਿਵੇਂ ਮੰਨ ਲਓ ਆਪਾਂ ਸਾਰੇ ਪੇਟ ਦਾ ਅਲਟਰਾਸਾਊਂਡ ਕਰਾ ਲਿਆ, ਨਹੀਂ ਉਹ ਰੋਗ ਦੀ ਉਹ ਦੇਖਦੇ ਨੇ ਵੀ ਰੋਗ ਕਿਤਨਾ ਸੀਰੀਅਸ ਹੈ ਇਸ ਬਾਰੇ। ਅੱਛਾ। ਹੁਣ ਕਿਸੇ ਨੂੰ ਆਮ ਹੀ ਰੇਸ਼ਾ ਰੂਸਾ ਆ ਰਿਹਾ ਪਿਸ਼ਾਬ 'ਚ ਤੇ ਉਹ ਆਮ ਡਾਕਟਰ ਵੀ ਦਵਾਈ ਦੇ ਦਿੰਦੇ ਨੇ, ਹਰ ਕੋਈ ਬੈਠੇ ਨੇ ਡਾਕਟਰ ਦੇ ਦਿੰਦੇ ਨੇ, ਠੀਕ ਵੀ ਹੋ ਜਾਂਦੇ। ਹੁਣ ਜੇ ਕਿਸੇ ਕੋਈ ਕਿਡਨੀ ਫੇਲੀਅਰ 'ਚ ਜਾ ਰਿਹਾ, ਉਹ ਆਮ ਡਾਕਟਰ ਦੇ ਪਾਸ ਦਾ ਰੋਗ ਨਹੀਂ ਆ, ਫਿਰ ਉਹਨੂੰ ਸਪੈਸ਼ਲਿਸਟ ਕੋਲੇ ਜਾਣਾ। ਇਸੇ ਤਰ੍ਹਾਂ ਲੀਵਰ ਦਾ ਹੈ, ਲੀਵਰ ਦਾ ਆਪਾਂ ਦਵਾਈ ਲੈ ਰਹੇ ਹਾਂ, ਅਗਰ ਉਹ ਲੀਵਰ 'ਚ ਜ਼ਿਆਦਾ ਡਿਜ਼ੀਜ਼ ਆ ਗਈ, ਲੀਵਰ ਜਦ ਜ਼ਿਆਦਾ ਪ੍ਰੋਬਲਮ ਆ ਗਈ ਤਾਂ ਫਿਰ ਆਪਾਂ ਨੂੰ ਸਪੈਸ਼ਲਿਸਟ ਕੋਲੇ ਜਾਣਾ ਪੈਣਾ। ਉਹ ਤਾਂ ਆਪਣੇ ਆਪ ਹੀ ਪਤਾ ਲੱਗਦਾ ਵੀ ਮੈਂ ਸੀਰੀਅਸਨੈਸ ਕਿਤਨੀ ਹੈ ਉਸ ਦੇ ਅੰਦਰ। ਅੱਛਾ ਕਮਲ ਜੀ, ਆਮ ਤੌਰ ਤੇ ਕਹਿੰਦਾ ਵੀ ਲੋਕ ਬੜੇ ਘਬਰਾਏ ਰਹਿੰਦੇ ਨੇ ਕਿਉਂਕਿ ਮਹਿੰਗਾਈ ਬੜੀ ਹੈ, ਲੋਕਾਂ ਦੇ ਕੋਲੇ ਸਾਧਨ ਬੜੇ ਘਟ ਗਏ ਨੇ, ਕਰੋਨਾ ਨੇ ਜਿਹੜਾ ਜੀਵਨ ਨੇ ਮਤਲਬ ਜਿਹੜਾ ਅਸਤ ਵਿਅਸਤ ਕਰਤਾ, ਛੋਟੇ ਬੰਦਿਆਂ ਦੇ ਰੁਜ਼ਗਾਰ ਨਹੀਂ ਚੱਲ ਰਹੇ ਨੇ ਜੀ, ਵੀ ਬਹੁਤ ਸਾਰੇ ਜਿਹੜੇ ਲੋਕ ਨੇ 90% ਘਰਾਂ 'ਚ ਹੀ ਬੈਠੇ ਰਹਿੰਦੇ ਨੇ, ਸਮੱਸਿਆ ਨੂੰ ਲੈ ਕੇ ਬੈਠੇ ਰਹਿੰਦੇ ਨੇ, ਵੀ ਉਹ ਕਹਿੰਦੇ ਨੇ ਵੀ ਅਸੀਂ ਜਾਈਏ ਕਿੱਥੇ, ਆਪਣਾ ਵੀ ਇਲਾਜ ਬੜੇ ਮਹਿੰਗੇ ਨੇ, ਟੈਸਟ ਬੜੇ ਮਹਿੰਗੇ ਨੇ। ਇਹ ਜਿਹੜੇ ਟੈਸਟ ਆਪਨੇ ਦੱਸੇ ਨੇ ਜੀ, ਇਹ ਕਿੰਨੇ ਕੁ ਦੇ ਆਪਣਾ ਟੈਸਟ ਹੋਣਗੇ ਜਿਹੜੇ ਕਿ ਆਪਣੇ ਤਕਰੀਬਨ ਸਾਲ 'ਚ ਆਪਾਂ ਨੂੰ ਕਰਾਉਣੇ ਚਾਹੀਦੇ ਨੇ? ਆਪਣਾ ਮਤਲਬ ਕਿੰਨੇ ਕੁ ਪੈਸਿਆਂ ਦੇ ਆਪਣਾ ਜਿਹੜਾ ਹੈ? ਹਰ ਇੱਕ ਲੈਬ ਦੇ ਆਪਣੇ ਆਪਣੇ ਰੇਟਸ ਨੇ, ਏਰੀਏ ਦੇ ਰੇਟਸ ਨੇ। ਹੁਣ ਮੈਂ ਕਹਿੰਦਾ ਮੈਂ ਅਗਰ ਇਹ 1000 ਰੁਪਏ 'ਚ ਕਰਦਾ ਹੈ, ਕਈ 1500 'ਚ ਵੀ ਕਰਦੇ ਨੇ, ਕਈ 800 'ਚ ਵੀ ਕਰ ਦਿੰਦੇ ਨੇ। ਅਲੱਗ ਅਲੱਗ ਸਟੈਂਡਰਡ ਨੇ, ਇਹ ਅਲੱਗ ਅਲੱਗ ਰੇਟਸ ਨੇ, ਇਸ ਦੇ ਬਾਰੇ 'ਚ ਮੈਂ ਕੁਝ ਨਹੀਂ ਕਹਿ ਸਕਦਾ। ਹਾਂ, ਕੁਝ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਜਿਹੜੀ ਚੈਰਿਟੀ ਕਰਦੇ ਨੇ, ਉਹ ਸ਼ਾਇਦ 200-300 'ਚ ਵੀ ਕਰ ਦਿੰਦੇ ਨੇ। ਹਾਂ ਉਹ ਕਰ ਸਕਦੇ ਨੇ ਆਪਣਾ, ਠੀਕ ਹੈ। ਆਪਣਾ ਬਹੁਤ ਸਾਰੇ ਸਮਾਜ ਸੇਵੀ ਬੰਦੇ ਇਸ ਪਾਸੇ ਲੱਗੇ ਹੋਏ ਨੇ। ਤੇ ਅਖੀਰ ਨੂੰ ਆਪ ਨੂੰ ਇਹੋ ਹੀ ਮੈਂ ਪੁੱਛਣਾ ਚਾਹੂੰਗਾ ਵੀ ਇਹ ਜਿਹੜੇ ਸਾਰੇ ਟੈਸਟ ਨੇ ਸਰੀਰ ਵਾਸਤੇ ਬੜੇ ਜ਼ਰੂਰੀ ਨੇ ਜੀ, ਕਰਵਾਉਣੇ ਚਾਹੀਦੇ ਨੇ।
ਪਰ ਹੁਣ ਜਿਵੇਂ ਇਹ ਟੈਸਟ ਆ ਗਏ ਨੇ, ਪੁਰਾਣੇ ਸਮੇਂ 'ਚ ਅੱਜ ਵੀ ਜਿਹੜੇ ਸਾਡੇ ਵੈਦ ਨੇ ਉਹ ਇਸ ਤਰ੍ਹਾਂ ਨਬਜ਼ ਫੜਦੇ ਨੇ ਤੇ ਆਪਣਾ ਉਹ ਬੰਦੇ ਨੂੰ ਕਹਿੰਦੇ ਨੇ ਵੀ ਤੈਨੂੰ ਆਹ ਰੋਗ ਹੈ, ਇਹ ਚੀਜ਼ ਹੈ, ਤੇ ਜੀਭ ਕੱਢ ਬਈ ਤੇਰੀ ਅੱਖਾਂ ਦੇਖ ਲੀਆਂ, ਵੱਧ ਤੋਂ ਵੱਧ ਪਿਸ਼ਾਬ ਦਾ ਰੰਗ ਦੇਖ ਲਿਆ, ਉਹ ਸਾਰਾ ਕੁਝ ਇਸ ਤਰ੍ਹਾਂ ਹੀ ਦੇਖ ਕੇ ਆਪਣੇ ਉਹ ਦਵਾਈਆਂ ਦੇ ਦਿੰਦੇ ਨੇ। ਉਹ ਕਲੀਨਿਕਲੀ ਚੈੱਕ ਕਰਦੇ ਸੀ, ਮਤਲਬ ਵੀ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਆਹ ਚੀਜ਼ਾਂ ਨੇ, ਇਹ ਇੰਨੇ ਟੈਸਟ ਨੇ, ਇਹਨਾਂ ਦਾ ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਆਪਣਾ ਵੀ ਇਹਨੂੰ ਕੀ ਵਾਧ ਹੈ, ਕੀ ਘਾਟ ਹੈ? ਕਿਹਨਾਂ ਨੂੰ? ਵੈਦਾਂ ਜਿਹੜੇ ਵੈਦ ਨੇ। ਹਾਂ, ਦੇਖੋ ਇਹਨਾਂ ਦੇ ਬਾਰੇ 'ਚ ਉਹਨਾਂ ਨੇ ਵੀ ਸਟੱਡੀ ਕਰੀ ਹੋਣੀ ਆ। ਹਾਂ, ਜਿਵੇਂ ਉਹ ਪੁਰਾਣੇ ਸਮੇਂ 'ਚ ਸਿਰਫ ਨਬਜ਼ ਦੇ ਨਾਲ ਹੀ ਸਭ ਕੁਝ ਕਰ ਲੈਂਦੇ ਸੀ, ਨਬਜ਼ ਦੇ ਨਾਲ ਹੀ ਅੰਦਾਜ਼ਾ ਲਾ ਲੈਂਦੇ ਸੀ ਵੀ ਬੰਦੇ ਨੂੰ ਟਾਈਫਾਈਡ ਹੋਇਆ ਹੋਇਆ, ਇਹ ਬੰਦੇ ਨੂੰ ਆਪਣਾ ਮਤਲਬ ਕੋਈ ਲੀਵਰ ਖਰਾਬ ਹੋਇਆ ਤਾਂ ਇਹ ਬੰਦੇ ਨੂੰ ਜਿਹੜਾ ਹੈ ਕੋਈ ਹੋਰ ਬਿਮਾਰੀ ਹੋ ਸਕਦੀ ਹੈ। ਉਹ ਤਾਂ ਆਯੁਰਵੈਦਿਕ ਦੀ ਗੱਲ ਹੈ ਨਾ। ਹੁਣ ਮੈਂ ਤਾਂ ਐਲੋਪੈਥੀ ਦੀ ਗੱਲ ਕਰਨਾ, ਇਹ ਐਲੋਪੈਥੀ ਦੇ ਰਿਲੇਟਡ ਆ ਰਹੇ ਨੇ, ਇਹ ਐਲੋਪੈਥੀ ਦੇ ਨੇ। ਹਾਂ, ਆਪਣਾ ਐਲੋਪੈਥੀ ਦੇ ਮੁਤਾਬਕ ਆਪ ਜਿਹੜਾ ਹੈ ਕਰ ਰਹੇ ਹੋ, ਤਾਂ ਚਲੋ ਉਹਨਾਂ ਦਾ ਵੀ ਕੁਛ ਨਾ ਕੁਛ ਕੋਈ ਅੰਦਾਜ਼ਾ ਹੋਣਾ। ਮੇਰੇ ਖਿਆਲ ਹੈ ਵੀ ਜਿਹੜੇ ਆਪਾਂ ਟੈਸਟ ਕਰਦੇ ਸਹੀ ਸੀ ਉਹਨਾਂ ਦੇ ਵੀ, ਕੋਈ ਗਲਤ ਨਹੀਂ ਸੀ। ਹਾਂ, ਉਹ ਵੀ ਸਹੀ ਹੋ ਸਕਦਾ ਉਹਨਾਂ ਦੇ ਨਬਜ਼ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਆਉਂਦੀਆਂ ਹੋਣ। ਹਾਂ, ਹੁਣ ਵੀ ਕਿਤੇ ਕਿਤੇ ਮਿਲਦੇ ਨੇ। ਹੁਣ ਵੀ ਸਾਨੂੰ ਨਾੜੀ ਵੈਦ ਆਂਦੇ, ਆਪਾਂ ਵੀ ਨਾੜੀ ਵੈਦ ਹੈ, ਉਹ ਨਾੜੀ ਦੇਖ ਕੇ ਹੀ ਨਾੜੀ ਦੀ ਗਤੀ ਯਾਨੀ ਚਾਲ ਦੇਖ ਕੇ ਉਹ ਆਈਡੀਆ ਲਾ ਲੈਂਦੇ ਨੇ ਵੀ ਇਸ ਦਾ ਕੀ ਹੈ। ਤੇ ਉਹ ਉਸ 'ਚ ਮਤਲਬ ਆਪਣਾ ਪਿਸ਼ਾਬ ਲੈ ਕੇ ਉਸ 'ਚ ਸਰੋਂ ਦਾ ਤੇਲ ਪਾ, ਇਸ ਤਰ੍ਹਾਂ ਕਰ ਉਸ ਦੇ ਹਿਸਾਬ ਨਾਲ ਲਾ ਲੈਂਦੇ ਨੇ ਵੀ ਇਹਨੂੰ ਕੀ ਰੋਗ ਹੈ। ਇਸ ਤਰ੍ਹਾਂ ਦੇ ਹੈ ਨੇ ਹੁਣ ਵੀ ਵੈਦ। ਅੱਛਾ, ਲੈਬੋਰਟਰੀ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ, ਪਰ ਤੁਹਾਡੇ ਕੋਲੇ ਮੇਰੇ ਖਿਆਲ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ ਹੋਣਗੇ ਜੀ। ਕਿਸੇ ਨੂੰ ਟਾਈਫਾਈਡ ਹੈ, ਕਈ ਵਾਰੀ TB ਵਾਲੇ ਵੀ ਆ ਜਾਂਦੇ ਨੇ, ਕਿਸੇ ਦਾ ਆਪਾਂ ਨੇ ਲੈਟਨ ਟੈਸਟ ਕਰਨਾ ਹੈ, ਕਿਸੇ ਦਾ ਪਿਸ਼ਾਬ ਟੈਸਟ ਕਰਨਾ ਹੈ, ਤੇ ਇੰਨੇ ਰੋਗਾਂ ਵਾਲੇ ਲੋਕ ਤੁਹਾਡੇ ਕੋਲੇ ਛੋਟੇ ਜਿਹੇ ਆਪਣਾ ਇੱਥੇ ਇੱਕ ਰੂਮ ਦੇ ਵਿੱਚ ਆਉਂਦੇ ਨੇ, ਲੈਬ ਦੇ ਵਿੱਚ ਜੀ। ਵੇਖਣ ਨੂੰ ਬੇਸ਼ੱਕ ਲੈਬ ਇੱਕ ਬੜੀ ਸੁੰਦਰ ਜਾਪਦੀ ਹੈ, ਪਰ ਇਹਦੇ ਵਿੱਚ ਤੁਹਾਨੂੰ ਕੀਟਾਣੂਆਂ ਤੋਂ ਆਪ ਨੂੰ ਵੀ ਕੋਈ ਖਤਰਾ ਹੋ ਜਾਂਦਾ? ਬਿਲਕੁਲ ਖਤਰਾ ਰਹਿੰਦਾ ਇਹਨਾਂ ਤੇ ਉਹ ਬਚਾਓ ਵਾਸਤੇ ਕੀ ਕਰਦੇ ਹੋ ਫਿਰ? ਇੱਕ ਤਾਂ ਅਸੀਂ ਮਾਸਕ ਯੂਜ਼ ਕਰਦੇ ਹਾਂ, ਮਾਸਕ ਯੂਜ਼ ਕਰਦੇ। ਬਾਕੀ ਪੇਸ਼ੈਂਟ ਦਾ ਸੈਂਪਲ ਆ, ਅੱਛਾ, ਉਸ ਨੂੰ ਅਲੱਗ ਕਰਤਾ ਵੀ ਹੁਣ ਤੁਸੀਂ ਦੂਰ ਰਹੋ, ਪੇਸ਼ੈਂਟ ਦੇ ਕੋਲੇ ਨਹੀਂ ਜਾਣਾ। ਦੂਸਰਾ ਫਿਰ ਇਸ ਨੂੰ ਸੈਨੀਟਾਈਜ਼ ਵੀ ਕਰਦੇ ਹਾਂ ਲੈਬ ਨੂੰ, ਅੱਛਾ, ਟਾਈਮ ਟੂ ਟਾਈਮ। ਜੋ ਵੀ ਉਸ 'ਤੇ ਯੂਜ਼ ਕਰੀਆਂ ਗਈਆਂ ਚੀਜ਼ਾਂ, ਜੋ ਟਿਊਬਸ ਹੈ, ਪਿਪਟਸ, ਜੋ ਵੀ ਹੈ ਆਪਣੇ, ਉਹਨਾਂ ਨੂੰ ਫਿਰ ਅਸੀਂ ਡਿਸਟਰੋਏ ਵੀ ਕਰਦੇ ਹਾਂ, ਉਹਨੂੰ ਰੀਯੂਜ਼ ਨਹੀਂ। ਲੋਕ ਜਿਹੜੇ ਬਾਹਰ ਘੁੰਮਦੇ ਨੇ ਉਹਨਾਂ ਨੂੰ ਦੇਖੋ, ਆਪਨੇ ਦੱਸਿਆ ਵੀ ਇਹ ਤਾਂ ਬਹੁਤ ਗਿਣਤੀ ਵੱਡੀ ਹੈ ਵੀ ਜਿਹੜੇ ਜੀਵਾਣੂ, ਕੀਟਾਣੂ, ਬੈਕਟੀਰੀਆ, ਬਹੁਤ ਵੱਡੀ ਫੌਜ ਹੈ ਜਿਹੜੀ ਕਿ ਆਪਾਂ ਨੂੰ ਬਿਮਾਰ ਕਰਨ ਨੂੰ ਤਿਆਰ ਬੈਠੀ ਹੈ, ਤਿਆਰ ਹੈ। ਤੇ ਜਦੋਂ ਆਪਾਂ ਬਾਹਰ ਜਾਂਦੇ ਹਾਂ ਦਿਖਦਾ ਕੁਛ ਹੈ ਨਹੀਂ ਵੀ ਕਿੱਥੇ ਕਿਆ ਹੈ, ਤੇ ਆਪਾਂ ਆਮ ਬਚਣ ਵਾਸਤੇ, ਬਚਾਓ ਵਾਸਤੇ ਕੀ ਕਰਨਾ ਚਾਹੀਦਾ? ਕਿ ਜਦੋਂ ਵੀ ਆਪਾਂ ਖਾਣਾ ਖਾਈਏ, ਹਾਂ, ਹੱਥ ਧੋ ਕੇ ਖਾਣਾ ਚਾਹੀਦਾ, ਹੱਥ ਧੋ ਕੇ ਖਾਈਏ, ਚੰਗੀ ਤਰ੍ਹਾਂ ਹੱਥ ਧੋ ਖਾਣਾ। ਬਲਕਿ ਤਾਂ ਪਹਿਲੇ ਤਾਂ ਜ਼ਮਾਨੇ ਜਿਵੇਂ ਕਹਿੰਦੇ ਹੁੰਦੇ ਸੀ ਵੀ ਘਰੇ ਆਉਣਾ ਤਾਂ ਹੱਥ ਮੂੰਹ ਪੈਰ ਧੋਣੇ, ਹਾਂ, ਫਿਰ ਜਾ ਕੇ ਖਾਣਾ ਖਾਣਾ। ਅੱਜ ਕੱਲ੍ਹ ਕੀ ਕਰਦੇ ਆ, ਬੈਠਦੇ ਆ ਜਾ ਕੇ ਡਾਈਨਿੰਗ ਟੇਬਲ ਤੇ ਜਾਂ ਕਿਤੇ ਵੀ ਕਰਦੇ, ਲਿਆ ਵੀ ਖਾਣਾ ਲਿਆ, ਕੋਈ ਹੱਥ ਨਹੀਂ ਧੋਇਆ, ਵੀ ਥੋੜਾ ਬਹੁਤ ਪਾਣੀ ਲਾਇਆ ਤੇ ਧੋ ਕੇ ਖਾਣਾ ਸ਼ੁਰੂ ਕਰ ਦਿੰਦੇ। ਉਹ ਕੀ ਹੈ, ਬੈਕਟੀਰੀਆ ਸਾਰੇ ਲੱਗੇ ਹੁੰਦੇ ਨੇ ਹੱਥਾਂ ਨੂੰ, ਉਹ ਆਪਣੇ ਮੂੰਹ ਰਾਹੀਂ ਅੰਦਰ ਹੀ ਜਾਣੇ ਨੇ, ਉਹਨਾਂ ਨੇ ਇਨਫੈਕਟ ਹੀ ਕਰਨਾ। ਇਸ ਤੋਂ ਚੰਗਾ ਵੀ ਜਦੋਂ ਵੀ ਘਰੇ ਜਾਈਏ ਹੱਥ ਮੂੰਹ ਪੈਰ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਖਾਣਾ ਖਾਈਏ, ਤੇ ਸਾਫ਼ ਸੁਥਰੇ ਬਰਤਨ ਯੂਜ਼ ਕਰੀਏ, ਸਾਫ਼ ਸੁਥਰਾ ਘਰ ਦਾ ਬਣਿਆ ਖਾਣਾ ਹੋਵੇ ਉਹ ਯੂਜ਼ ਕਰੀਏ। ਮੇਰੇ ਖਿਆਲ ਹੈ ਵੀ ਕਿਸੇ ਨਾਲ ਜੇ ਹੋ ਸਕੇ ਜਿੱਥੋਂ ਤੱਕ ਆਪਣਾ ਵੀ ਸਤਿ ਸ੍ਰੀ ਅਕਾਲ ਬੁਲਾਈਏ, ਹੱਥ ਨਾਲ ਮਿਲਾਈਏ, ਹਾਂਜੀ, ਹੱਥ ਮਿਲਾਉਣ ਤੋਂ ਅਵਾਇਡ ਕਰੀਏ। ਹਾਂ, ਔਰ ਵੈਸੇ ਵੀ ਜਿਵੇਂ ਆਪਾਂ ਲੋਕ ਸਫਾਈ ਕਰਦੇ ਨੇ ਆਪਣਾ ਝਾੜੂ ਦੇ ਨਾਲ, ਆਪਣਾ ਬਹੁਤ ਸਾਰੀ ਧੂੜ ਉੱਠਦੀ ਹੈ, ਇਹਦਾ ਵੀ ਕਾਰਨ ਕੋਈ ਆਪਣਾ ਬਿਮਾਰੀਆਂ ਦਾ ਕੁਝ ਹੋ ਸਕਦਾ? ਬਿਲਕੁਲ, ਵੀ ਆਮ ਥੋੜਾ ਜਿਹਾ ਪਾਣੀ ਦਾ ਛਿੜਕਾਅ ਕਰ, ਪਾਣੀ ਛਿੜਕਾਅ ਕਰਕੇ ਧੂੜ ਉੱਡਦੀ ਹੈ, ਪਾਣੀ ਛਿੜਕਾ ਤੇ ਮਾਸਕ ਲਾ ਲਵੇ। ਹਾਂ, ਉਹਨਾਂ ਨੂੰ ਖੁਦ ਨੂੰ ਵੀ ਖਤਰਾ ਹੋ ਸਕਦਾ, ਦੂਜਿਆਂ ਵਾਸਤੇ ਵੀ ਖਤਰਨਾਕ ਹੋ ਸਕਦਾ। ਬਿਲਕੁਲ। ਤੋ ਠੀਕ ਹੈ, ਆਪਣਾ ਆਪਣੇ ਕਮਲ ਜੀ ਤੁਹਾਡੇ ਕੋਲੋਂ ਬਹੁਤ ਸੋਹਣੀ ਜਾਣਕਾਰੀ ਆਪਣਾ ਜੀ ਮਿਲੀ ਹੈ, ਤੇ ਹਾਲੇ ਤੁਹਾਡੀ ਪਹਿਲੀ ਜਾਣਕਾਰੀ ਹੈ, ਕਿਤੇ ਫੇਰ ਤੁਹਾਡੇ ਕੋਲੋਂ ਹੋਰ ਇਸ ਨੂੰ ਅੱਗੇ ਆਪਾਂ ਵਧਾਵਾਂਗੇ। ਮੇਰੇ ਖਿਆਲ ਕਾਫੀ ਆਮ ਜਿਹੜੇ ਆਪਣਾ ਮਤਲਬ ਲੋਕ ਨੇ ਜਿਹੜੇ ਸਿਹਤ ਨਾਲ ਸੰਬੰਧਿਤ ਆਪਣਾ ਕੁਝ ਗੱਲਾਂ ਜਾਣਨਾ ਚਾਹੁੰਦੇ ਨੇ, ਤੁਹਾਡੀ ਇਹ ਜਾਣਕਾਰੀ ਉਹਨਾਂ ਵਾਸਤੇ ਬੜੀ ਸਹਾਇਕ ਹੋਊਗੀ। ਇਹ ਤਾਂ ਇਹ ਹੈ ਰੂਰਲ ਏਰੀਆ, ਜਿਹੜੇ ਆਪਣਾ ਪਿੰਡੂ ਏਰੀਆ ਹੈ, ਜਿੱਥੇ ਅਨਪੜ੍ਹਤਾ ਜ਼ਿਆਦਾ ਹੈ, ਇੰਨੇ ਪੜ੍ਹੇ ਲਿਖੇ ਨਹੀਂ, ਜਾਗਰੂਕ ਨਹੀਂ ਹੈ ਲੋਕ, ਉਹਨਾਂ ਲਈ ਹੈ। ਉਹਨਾਂ ਲਈ ਬਿਲਕੁਲ, ਉਹਨਾਂ ਨੂੰ ਸਿੰਪਲ ਭਾਸ਼ਾ 'ਚ ਯਾਨੀ ਸਰਲ ਇੱਕ ਭਾਸ਼ਾ ਵਿੱਚ ਆਪਾਂ ਕਿਵੇਂ ਸਮਝਾਈਏ। ਬਿਲਕੁਲ ਬਿਲਕੁਲ ਬਿਲਕੁਲ, ਕਿ ਆਪਣੀ ਸਿਹਤ ਦਾ ਤੁਸੀਂ ਧਿਆਨ ਰੱਖੋ। ਹਾਂ ਹਾਂ ਹਾਂ, ਬਿਲਕੁਲ ਬਿਲਕੁਲ। ਨਹੀਂ, ਉਹ ਤਾਂ ਹੈ ਹੀ ਹੈ ਆਪਣਾ ਵੀ ਜਿੱਥੋਂ ਤੱਕ ਆਪਣੇ ਰੂਰਲ ਏਰੀਆ ਦੀ ਗੱਲ ਕਰਤੀ, ਜਾਂ ਜਿਹੜੇ ਸ਼ਹਿਰੀ ਬੰਦੇ ਨੇ ਆਪਣਾ, ਉਹਨਾਂ ਦਾ ਤਾਂ ਫਰਕ ਬੜਾ ਹੈ। ਆਪਣਾ ਇੱਥੇ ਤਾਂ ਆਪਣੇ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਡਾਕਟਰ ਵੀ ਜਿਹੜਾ ਹੈ ਕੋਈ
ਇੱਕ ਕਿਸਮ ਦਾ ਕੋਈ ਡਾਕਟਰ ਮਿਲ ਸਕਦਾ ਹੈ। ਇੱਥੇ ਕੋਈ ਵੱਖੋ ਵੱਖਰੇ ਕਿਸਮ ਦੇ ਡਾਕਟਰ ਤਾਂ ਮਿਲਦੇ ਹੀ ਨਹੀਂ, ਵੀ ਕੋਈ ਅੱਖਾਂ ਦੇ ਮਿਲ ਜਾਣ, ਕੋਈ ਕੰਨਾਂ ਦੇ ਮਿਲ ਜਾਣ, ਕੋਈ ਇੱਥੇ ਸਾਈਕੀ ਦਾ ਜਿਹੜੇ ਪੇਸ਼ੈਂਟ ਨੇ ਸਾਰੇ ਆਪਣਾ ਮਾਨਸਿਕ ਰੋਗ ਨੇ ਉਹ ਵੀ ਉਸੇ ਡਾਕਟਰ ਕੋਲ ਜਾਂਦੇ ਨੇ। ਪਿੰਡਾਂ 'ਚ ਜਿਹੜਾ ਆ ਆਰਐਮਪੀ ਹੀ ਉਹਨਾਂ ਨੂੰ ਸੰਭਾਲ ਰੱਖੇ, ਆਰਐਮਪੀ ਸੰਭਾਲਦਾ। ਹਾਂ ਆਪਣਾ ਪਿੰਡਾਂ ਜਿਹੜੇ ਹੈ ਵੀ ਹੈ, ਅਗਰ ਪੀਐਸਸੀ ਜਾਂ ਕੁਝ ਸੈਂਟਰ ਇਹ ਜੇ ਬਣੇ ਵੀ ਹੈ ਤਾਂ ਉਹਨਾਂ ਦੇ ਅੰਦਰ ਡਾਕਟਰ ਨਹੀਂ ਆ। ਹਾਂ ਬਿਲਕੁਲ ਬਿਲਕੁਲ। ਤੇ ਇਸ ਕਰਕੇ ਆਰਐਮਪੀਆਂ ਤੇ ਹੀ ਬੋਝ ਹੈ ਸਾਰਾ। ਉਹਨਾਂ ਨੇ ਡਿਸਾਈਡ ਕਰਨਾ ਵੀ ਮੈਂ ਕਿਵੇਂ ਕਰਾਂ, ਮੇਰੇ ਵੱਸ ਦਾ ਹੈ ਉਹ ਕਰਦੇ ਨੇ। ਉਸ ਤੋਂ ਬਾਅਦ ਉਹ ਅੱਗੇ ਸਪੈਸ਼ਲਿਸਟ ਡਾਕਟਰ ਕੋਲੇ ਭੇਜਦੇ ਨੇ। ਉਹਨਾਂ ਦਾ ਬੜਾ ਯੋਗਦਾਨ ਹੈ ਇਸ ਵਿੱਚ ਵੀ, ਬਹੁਤ ਵੱਡਾ ਯੋਗਦਾਨ ਹੈ ਪਿੰਡਾਂ ਦੇ ਡਾਕਟਰਾਂ ਦਾ। ਆਪਾਂ ਕਹਿ ਦਿੰਦੇ ਨੇ ਵੀ ਇਹ ਕੀ ਡਾਕਟਰ ਨੇ ਪਿੰਡ 'ਚ ਹੈ, ਪਰ ਨਹੀਂ। ਜਦੋਂ ਆਪਾਂ ਨੂੰ ਔਖੀ ਭਾਰੀ ਪੈਂਦੀ ਹੈ ਤਾਂ ਆਪਾਂ ਪਹਿਲੇ ਉਸ ਦੇ ਕੋਲ ਭੱਜਦੇ ਹਾਂ। ਪਹਿਲੀ ਵਾਰੀ ਉਹਨਾਂ ਨੇ ਕੰਮ ਕਰਨਾ, ਰਾਤ ਨੂੰ ਉਹਨਾਂ ਨੇ ਅੱਧੀ ਰਾਤ ਹੈ ਤਾਂ ਆਪਣਾ ਆਪਾਂ ਨੂੰ ਜ਼ਰੂਰ ਉਧਾਰ ਤੇ ਵੀ ਕੰਮ ਕਰਨਾ ਹੈ, ਉਧਾਰ ਤੇ ਵੀ ਕੰਮ ਕਰਨਾ ਨੇ। ਹਾਂ ਬਿਲਕੁਲ ਬਿਲਕੁਲ। ਚਾਹੇ ਤੁਸੀਂ 6 ਮਹੀਨਿਆਂ ਬਾਅਦ ਹਿਸਾਬ ਕਰੋ ਉਹਨਾਂ ਦਾ, ਪਰ ਉਹਨਾਂ 6 ਮਹੀਨੇ ਤੁਹਾਨੂੰ ਦਵਾਈ ਦੇਣੀ ਹੈ, ਜਿੱਥੋਂ ਤੱਕ ਉਹਨਾਂ ਦੀ ਸਮਝ ਹੈ ਪਹੁੰਚਾ ਉੱਥੋਂ ਤੱਕ ਦਵਾਈ ਦਿੰਦੇ ਨੇ। ਬਿਲਕੁਲ ਬਿਲਕੁਲ ਠੀਕ ਹੈ। ਸੋ ਕਮਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਇੰਨੀ ਸੋਹਣੀ ਜਾਣਕਾਰੀ ਦਿੱਤੀ। ਤੇ ਇਸੇ ਤਰ੍ਹਾਂ ਤੁਹਾਨੂੰ ਫੇਰ ਕਿਤੇ ਬੇਨਤੀ ਕਰਾਂਗੇ, ਲੱਗਦਾ ਜ਼ਰੂਰ ਆਪ ਬੇਨਤੀ ਪ੍ਰਵਾਨ ਕਰੋਗੇ। ਮੈਨੂੰ ਇੱਕ ਗੱਲ ਯਾਦ ਆਈ ਵੀ ਜਿਵੇਂ ਰਿਪੋਰਟ ਕਰਵਾਉਣ ਜਾਂਦੇ ਨੇ ਬੰਦੇ, ਕਈ ਰਿਪੋਰਟ ਕਰਾਉਂਦੇ ਫਿਰ ਕਰਵਾਉਂਦੇ ਨੇ, ਫਿਰ ਉਹ ਕਹਿੰਦੇ ਨੇ ਇਹਦੇ 'ਚ ਆਇਆ ਤਾਂ ਕੁਛ ਨਹੀਂ ਆ, ਆਇਆ ਕੁਛ ਨਹੀਂ, ਆਇਆ ਤਾਂ ਕੁਛ ਨਹੀਂ ਆ। ਹਾਂ ਇਹਨੀ ਮਿਹਨਤ ਕਰੀ, ਆਪਣਾ ਮਿਹਨਤ ਕਰੀ ਵੀ ਆਇਆ ਕੁਛ ਨਹੀਂ, ਪੈਸੇ ਵੀ ਲੱਗ ਗਏ ਮੇਰੇ। ਆਹ ਨਹੀਂ ਸੋਚਦੇ ਵੀ ਤੁਸੀਂ ਤਾਂ ਬਚ ਗਏ। ਇਸ ਕੁਛ ਤਾਂ ਉਹ ਵੀ ਤੁਸੀਂ ਬਚ ਗਏ। ਪੈਸੇ ਦੀ ਗੱਲ ਨਾ ਕਰੋ ਵੀ ਤੁਹਾਡੀ ਸਿਹਤ ਠੀਕ ਹੈ, ਵੀ ਤੁਹਾਡਾ ਨਾ ਹੀ ਆਇਆ ਕੁਛ ਨਾ ਬਹੁਤ ਚੰਗੀ ਹੈ। ਅਗਰ ਕੁਛ ਆ ਜਾਂਦਾ ਫਿਰ ਕਿੰਨੇ ਝਮੇਲਿਆਂ 'ਚ ਪੈਂਦੇ, ਕਿੰਨੇ ਪੈਸੇ ਲੱਗਦੇ, ਸਿਹਤ ਆਪਣੀ ਖਰਾਬ ਹੁੰਦੀ। ਇਹ ਉਹ ਕਿਹੜਾ ਸਾਡੇ ਇੱਕ ਡਾਕਟਰ ਉਹ ਕਹਿੰਦੇ ਨੇ ਵੀ ਡਾਕਟਰ ਕਿਹੜੇ ਉਹ ਦਿੰਦੇ ਨੇ, ਬਦਾਮ ਦਿੰਦੇ ਨੇ ਤੁਹਾਨੂੰ, ਬਦਾਮ ਨਹੀਂ ਦੇਣਾ ਉਹਨਾਂ ਨੇ। ਇਹ ਕੈਮੀਕਲ ਨਹੀਂ ਨੇ, ਜ਼ਹਿਰ ਹੀ ਹੈ ਜਿਹੜਾ ਤੁਹਾਨੂੰ ਐਲੋਪੈਥੀ 'ਚ ਦੇ ਰਹੇ ਆ ਸਾਰਾ ਕੁਛ। ਤੇ ਇਸ ਕਰਕੇ ਜੇ ਰਿਪੋਰਟ 'ਚ ਸਹੀ ਆਉਂਦੀ ਹੈ ਤੁਹਾਡੀ ਰਿਪੋਰਟ, ਉਹਨੂੰ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਕਿ ਮੇਰੇ ਪੈਸੇ ਜਿਹੜੇ ਲਾਏ ਸਾਰਥਕ ਹੋਏ, ਠੀਕ ਲੱਗੇ ਨੇ ਮੇਰੇ ਪੈਸੇ, ਮੈਨੂੰ ਪਤਾ ਲੱਗਿਆ ਮੈਂ ਜੇ ਠੀਕ ਹਾਂ।